ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ ਜਾਂਦਾ ਹੈ। ਉਦੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ। ਕਾਂਗਰਸ ਸਰਕਾਰ ਤੁਹਾਡਾ ਕਮਿਸ਼ਨ ਬਿਠਾਉਂਦੀ ਹੈ, ਤੁਹਾਡੇ ਅੰਡਰ ਆਉਂਦਾ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ। ਇਹ ਲੋੜ ਕਿਉਂ ਪਈ? ਉਹਨਾਂ ਨੂੰ ਪਹਿਲਾਂ ਵਾਲੀ ਜਿਹੜੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਜਿਹੜੀਆਂ ਰਿਪੋਰਟਸ ਬਣਾਈਆਂ ਸੀ ਉਹਨਾਂ 'ਤੇ ਯਕੀਨ ਨਹੀਂ ਸੀ, ਜਾਂ ਉਹ ਅਕਾਲੀ ਦਲ ਵੱਲੋਂ ਸੀ ਤਾਂ ਕਰਕੇ? ਕੀ ਇਹਦੇ ਵਿੱਚ ਕੀ ਗੱਲ ਰਹਿ ਗਈ ਸੀ? गौरमेंट के मुताबिक जस्टिस जोरा सिंह ने पूरा कंप्लीट नहीं सी की, तो इस करके नवा कमीशन बनाया गया सी। बाइबल कलां फायरिंग हुई सी, ਉਹਦੇ ਵਿੱਚ ਉਹਨਾਂ ਨੇ ਸਿਰਫ ਨਾਮਜ਼ਦ ਇੱਕ ਬੰਦੇ ਨੂੰ ਕਿਹਾ ਸੀ ਜ਼ਿੰਮੇਵਾਰ, ਵੀ ਉਹ ਜ਼ਿੰਮੇਵਾਰ ਹੈ ਸ਼ਰਮਾ। ਬਟ ਸਾਡੇ ਕਮਿਸ਼ਨ ਨੇ ਆਈ ਵਿਟਨੈਸ ਦੇ ਬੇਸਿਸ ਦੇ ਉੱਤੇ 4 ਪੁਲਿਸ ਅਫਸਰ ਜਿਨ੍ਹਾਂ ਨੇ ਗੋਲੀਆਂ ਚਲਾ ਕੇ 2 ਬੰਦਿਆਂ ਨੂੰ ਮਾਰਿਆ ਸੀ ਜਾਂ ਜਿਨ੍ਹਾਂ ਨੂੰ ਬਾਕੀਆਂ ਨੂੰ ਜ਼ਖਮੀ ਕੀਤਾ ਸੀ, ਉਹਨਾਂ ਦੇ ਖਿਲਾਫ ਐਵੀਡੈਂਸ ਆਈ ਸੀ ਤੇ ਉਹਨਾਂ ਨੂੰ ਇੰਡਿਕਟ ਕੀਤਾ ਗਿਆ, ਉਹਨਾਂ ਨੂੰ FIR 'ਚ ਨੋਮੀਨੇਟ ਕੀਤਾ ਗਿਆ। ਰਿਕਮੈਂਡੇਸ਼ਨ ਸੀਗੀਆਂ ਸਾਡੀਆਂ। ਸਰ, ਸੁਮੇਧ ਸੈਣੀ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਤੁਸੀਂ? I have indicted Sumedh Saini for Kotkapura. मेरी finding ये है कि Sumedh Saini was fully responsible, and including the then Chief Minister Prakash Singh Badal. And Prakash Singh Badal asks him कि जी उत्थे की सिचुएशन है, तो what are you doing, तुसी की कर रहे हो? तो उस दे बेसिस दे उत्ते फिर डिस्ट्रिक्ट एडमिनिस्ट्रेशन नूं कहा जाता है कि तुसी DGP नाल गल करो, और DGP ਨਾਲ ਜਦੋਂ ਗੱਲ ਹੁੰਦੀ ਹੈ तो डिस्ट्रिक्ट एडमिनिस्ट्रेशन ਸੁਮੇਧ ਸਿੰਘ ਸੈਣੀ ਨੇ ਕਿਹਾ कि मैं 10 ਮਿੰਟ ਵਿੱਚ ਸ਼ਹਿਰ ਖਾਲੀ ਕਰਾ ਕੇ ਤੁਹਾਨੂੰ ਚਾਬੀਆਂ ਪਕੜਾ ਦਿਆਂਗਾ, ਤੇ ਫਿਰ ਉੱਥੇ ਗੋਲੀ ਚੱਲੀ ਤਾਂ ਮੈਂ ਦੋਨਾਂ ਨੂੰ ਇੰਡਿਕਟ ਕੀਤਾ। ਡੇਰਾ ਮੁਖੀ ਦਾ ਵੀ ਨਾਮ ਆਉਂਦਾ ਰਿਹਾ ਅੱਜ, ਤਾਂ ਕਿੰਨਾ ਕੁ ਇਸ ਚੀਜ਼ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਡੇਰਾ ਮੁਖੀ ਦਾ ਹੀ ਹੱਥ ਸੀਗਾ ਇਹਦੇ ਵਿੱਚ ਜ਼ਿਆਦਾ? ਇੱਕ ਬਿੱਟੂ ਨਾਮ ਦਾ ਸ਼ਖਸ ਸੀ ਜਿਹਨੂੰ ਪੁਲਿਸ ਨੇ ਅਰੈਸਟ ਕੀਤਾ ਸੀ, ਤੇ ਉਹਨੇ ਇੱਕ ਜੁਡੀਸ਼ੀਅਲ ਕਨਫੈਸ਼ਨ ਕੀਤਾ ਸੀ। ਉਹਨੇ ਸਾਰਾ ਮੰਨਿਆ ਸੀ ਉਸ ਗੱਲ ਦੇ ਵਿੱਚ ਕਿ ਜੀ ਕਿਸ ਤਰ੍ਹਾਂ ਇਹ ਸਾਜ਼ਿਸ਼ ਕੀਤੀ ਗਈ ਸੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਕੇ, ਫਿਰ ਉਸ 'ਤੇ ਇਸ਼ਤਿਹਾਰ ਲਾਏ ਗਏ ਕਿ ਅਸੀਂ ਉਹ ਫਿਲਮ ਇੱਕ ਰਿਲੀਜ਼ ਕਰਨਾ ਚਾਹੁੰਦੇ ਸੀ ਜਿਹੜੀ ਪੰਜਾਬ 'ਚ ਨਹੀਂ ਹੋ ਰਹੀ ਸੀ। ਪਰ ਐਂ ਤਾਂ ਨਹੀਂ ਕਿ ਕੰਮ ਕੋਈ ਹੋਰ ਕਰਾਉਂਦਾ ਰਿਹਾ ਤੇ ਧਿਆਨ ਡੇਰਾ ਮੁਖੀ ਵੱਲ ਕਰਦੇ ਰਹੇ? ਉਹਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਉੱਥੋਂ ਕਿਹਾ ਗਿਆ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਚੁੱਕੋ, ਕਿ ਔਰ ਫਿਰ ਚੁੱਕ ਕੇ ਫਿਰ ਉਹਨੂੰ ਰਿਲੀਜ਼ ਕਰਾਉਣ ਵਾਸਤੇ ਕਿਸ ਤਰ੍ਹਾਂ ਇਸ਼ਤਿਹਾਰ ਲਗਾਏ ਗਏ। ਫਿਰ ਇਸ਼ਤਿਹਾਰ ਜਿਹੜੇ ਇਹ ਸਾਰਾ ਐਵੀਡੈਂਸ ਆਇਆ ਹੈ ਕਿ ਉਹ ਕਿੱਥੋਂ ਕਾਗਜ਼ ਲਿਆ ਗਿਆ, ਕਿੱਥੋਂ ਪੈਨ ਲਿਆ ਗਿਆ, ਕਿੰਨੇ ਇਸ਼ਤਿਹਾਰ ਵਰਡਿੰਗ ਲਿਖੀ, ਕਿੰਨੇ ਉਹਨੂੰ ਲਿਖਿਆ, ਕਿਹੜੇ ਹੈਂਡ ਰਾਈਟਿੰਗ ਨੇ ਲਿਖਿਆ, ਫਿਰ ਉਹ ਕਿਸ ਤਰ੍ਹਾਂ ਕੌਣ ਲਗਾ ਕੇ ਆਇਆ, ਫਿਰ ਉਹਨਾਂ ਨੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਿਆ, ਕਿੱਥੋਂ ਚੁੱਕ ਕੇ ਲੈ ਕੇ ਆਏ, ਕਿਸ ਤਰ੍ਹਾਂ ਉਹਦੇ ਪੇਜ ਆਪਣਾ ਪੰਨੇ ਫਾੜੇ, ਫਿਰ ਪੰਨੇ ਫਾੜ ਕੇ ਕਿਸ ਤਰ੍ਹਾਂ ਖਿਲਾਰੇ ਬਰਗਾੜੀ ਦੇ ਵਿੱਚ। ਤੁਹਾਨੂੰ ਲੱਗਦਾ ਕਿ ਸੁਮੇਧ ਸੈਣੀ ਨੂੰ ਜ਼ਿਆਦਾ ਸ਼ਹਿ CM ਦੀ ਮਿਲੀ ਕਿ ਡਿਪਟੀ CM ਦੀ ਮਿਲੀ? ਸਿੱਟ ਦੇ ਜਾਂਚ ਮੁਖੀ ਹੋਏ ਕੁੰਵਰ ਵਿਜੇ ਪ੍ਰਤਾਪ, ਉਹਨਾਂ ਦਾ ਜਿਹੜਾ ਰੋਲ ਹੈ ਉਹਨੂੰ ਤੁਸੀਂ ਹਾਂ ਪੱਖੀ ਦੇਖਦੇ ਹੋ ਕਿ ਨਾ ਪੱਖੀ ਦੇਖਦੇ ਹੋ? ਪਰ ਮੈਂ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਜ਼ਰੂਰ ਕਹੂੰਗਾ ਕਿ ਉਹ ਆਪਣੇ ਜਿਹੜੇ ਕੰਪਲੀਟ ਫੈਕਟਸ ਉਹਨਾਂ ਦੀ ਨੌਲੇਜ 'ਚ ਨੇ ਨਾ, ਜਿਹੜਾ ਉਹਨਾਂ ਨੇ ਕਾਰਵਾਈ ਕੀਤੀ, ਜੇ ਉਹਨਾਂ 'ਤੇ ਕੋਈ ਪ੍ਰੈਸ਼ਰ ਸੀ ਜਾਂ ਉਹਨਾਂ ਨੂੰ ਕੋਈ ਦਬਾਅ ਸੀ ਜਾਂ ਉਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਸੀ, ਉਹਨਾਂ ਬਾਰੇ ਉਹਨਾਂ ਨੂੰ ਖੁੱਲ੍ਹ ਕੇ ਆਉਣਾ ਚਾਹੀਦਾ। ਉਹ ਦੱਸਣ ਕਿ ਕਿਉਂ ਉਹ ਆਪਣਾ ਕੰਮ ਪੂਰਾ ਤਸੱਲੀ ਨਾਲ ਨਹੀਂ ਕਰ ਸਕੇ, ਜਾਂ ਉਹਨਾਂ ਦੇ ਕੋਈ ਜਿਹੜਾ ਸਿੱਟ ਦਾ ਹੈਡ ਸੀ ਉਹਦੀਆਂ ਕੋਈ ਰਿਸਟ੍ਰਿਕਸ਼ਨ ਸੀ, ਜਾਂ ਉਹਨਾਂ 'ਤੇ ਕੋਈ ਦਬਾਅ ਸੀ, ਗੌਰਮੈਂਟ ਦਾ ਦਬਾਅ ਸੀ। ਨਵੀਂ ਸਰਕਾਰ ਆਈ, ਆਮ ਆਦਮੀ ਪਾਰਟੀ ਆ ਗਈ, ਤੁਹਾਨੂੰ ਲੱਗਦਾ ਹੈ ਭਗਵੰਤ ਮਾਨ ਜਿਹੜਾ ਬੇਅਦਬੀ ਮਾਮਲਾ ਹੈ, ਪਹਿਲਾਂ ਕਾਂਗਰਸ ਸਰਕਾਰ ਵੇਲੇ ਇਹ ਬਹੁਤ ਜ਼ਿਆਦਾ ਸੌਹਾਂ ਖਾਧੀਆਂ ਗਈਆਂ, ਇਹ ਇਸੇ ਮੁੱਦੇ 'ਤੇ ਸਰਕਾਰ ਬਣੀ, ਹੁਣ ਆਹ ਵਾਲੀ ਸਰਕਾਰ ਦਾ ਵੀ ਮੇਨ ਮੁੱਦਾ ਇਹੀ ਰਿਹਾ ਜਦੋਂ ਆਈ ਹੈ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਬੇਅਦਬੀ ਮਾਮਲਾ ਹੱਲ ਕਰਾਵਾਂਗੇ। ਸਰਕਾਰ ਬਣ ਗਈ, ਤੁਹਾਨੂੰ ਲੱਗਦਾ ਹੈ ਜਿਹੜਾ ਬੇਅਦਬੀ ਮਾਮਲਾ ਹੈ ਸਿਰਫ ਰਿਪੋਰਟਸ ਤੱਕ ਜਾਂ ਫਾਈਲਾਂ ਤੱਕ ਹੀ ਸੀਮਤ ਰਹਿ ਜਾਊਗਾ, ਜਾਂ ਇਹਦਾ ਕੋਈ ਰਿਜ਼ਲਟ ਆਊਗਾ ਕਿਸੇ ਪਾਸੇ ਨੇਪੜੇ ਵੀ ਚੜਾਉਣਗੇ? ਇੱਕ ਕਮਿਸ਼ਨ ਆਫ ਇਨਕੁਆਇਰੀਜ਼ 2 ਹੋ ਚੁੱਕੀਆਂ ਸੀ, ਐਵੀਡੈਂਸ ਅਵੇਲੇਬਲ ਸੀ। ਕਿਉਂ ਸਿੱਟ ਜਿਹੜੀਆਂ ਵੀ ਬਣੀਆਂ, ਚਾਹੇ ਉਹ ਕੰਵਰ ਵਿਜੇ ਪ੍ਰਤਾਪ ਦੀ ਬਣੀ ਜਾਂ ਬਾਅਦ 'ਚ ਬਣੀਆਂ ਜਿਹੜੀਆਂ ਸੀ, ਉਹਨਾਂ ਨੇ ਕਿਉਂ ਇੰਨਾ ਟਾਈਮ ਲੱਗਿਆ? ਇਟ ਇਜ਼ ਅਨਐਕਸਪਲੇਨੇਬਲ। 2 ਬੰਦਿਆਂ ਦਾ ਮਰਡਰ ਹੋਇਆ ਉੱਥੇ, ਕਲੋਜ਼ ਰੇਂਜ ਤੋਂ ਮਰਡਰ ਹੋਇਆ, ਉਹਨਾਂ ਨੂੰ ਅੱਜ ਤੱਕ ਕਿਸੇ ਕੋਰਟ ਨੇ ਜਸਟਿਸ ਨਹੀਂ ਦਿੱਤਾ। ਹਰ ਅਕਿਊਜ਼ ਨੂੰ ਐਕਸਟਰਾ ਆਰਡੀਨਰੀ ਰਿਲੀਫ ਮਿਲੀ ਹੈ,
ਸੈਣੀ ਨੂੰ ਹਾਈ ਕੋਰਟ ਨੇ ਇੱਕ ਐਸੀ ਜ਼ਮਾਨਤ ਦਿੱਤੀ ਕਿ ਉਹਨੂੰ ਪਕੜਿਆ ਨਹੀਂ ਜਾ ਸਕਦਾ, ਉਹਨੂੰ ਸੰਮਨ ਨਹੀਂ ਕੀਤਾ ਜਾ ਸਕਦਾ, ਉਹਨੂੰ ਬੁਲਾਇਆ ਨਹੀਂ ਜਾ ਸਕਦਾ। ਐਸੀ ਰਿਲੀਫ ਮੇਰੇ ਜ਼ਹਿਨ ਦੇ ਵਿੱਚ ਕਦੀ ਇਮੈਜੀਨੇਸ਼ਨ 'ਚ ਵੀ ਨਹੀਂ ਆਉਂਦੀ ਕਿ ਐਸੀ ਰਿਲੀਫ ਵੀ ਕਿਸੇ ਨੂੰ ਮਿਲ ਸਕਦੀ ਹੈ। ਤੁਸੀਂ ਕਿਸੇ ਦੀ ਬੇਲ ਕਰ ਸਕਦੇ ਹੋ, ਕਿਸੇ ਨੂੰ ਐਂਟੀਸਪੇਟਰੀ ਬੇਲ ਦੇ ਸਕਦੇ ਹੋ, ਪਰ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਇਹਨੂੰ ਸੱਦ ਕੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਇਹ ਤਾਂ ਕਦੀ ਸੁਣਿਆ ਹੀ ਨਹੀਂ ਮੈਂ। ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੇਰੈਂਸ ਕੋਰਟ ਦੀ ਜਿਹੜੀ ਆ ਫਿਰ ਹਰ ਅਕਿਊਜ਼ ਨੂੰ ਇਹਨਾਂ ਨੇ ਇੰਨਾ ਕੋਰਟ ਦਾ, ਮੈਂ ਸਮਝੂੰਗਾ ਅਕਿਊਜ਼ ਲੋਕਾਂ ਨੇ ਮਿਸਯੂਜ਼ ਕੀਤਾ ਕੋਰਟ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। 2015 'ਚ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਮੌਜੂਦਾ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ ਜਾਂਦਾ ਹੈ। 2017 'ਚ ਕਾਂਗਰਸ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਸਹੀ ਨਾ ਕਰਾਰ ਕਰਦਿਆਂ ਹੋਇਆਂ ਇੱਕ ਨਵਾਂ ਕਮਿਸ਼ਨ ਬਿਠਾ ਦਿੱਤਾ ਜਾਂਦਾ ਹੈ। ਸਾਡੇ ਨਾਲ ਮੌਜੂਦ ਨੇ ਜਸਟਿਸ ਰਣਜੀਤ ਸਿੰਘ ਜੀ। ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਕਮੀਆਂ ਰਹਿ ਗਈਆਂ ਸੀ ਪਹਿਲਾਂ ਵਾਲੇ ਕਮਿਸ਼ਨ 'ਚ ਜਿਹੜਾ ਨਵਾਂ ਕਮਿਸ਼ਨ ਬਿਠਾਉਣ ਦੀ ਲੋੜ ਪੈ ਗਈ, ਅਤੇ ਉਸ ਤੋਂ ਬਾਅਦ ਵੀ ਸਰਕਾਰਾਂ ਨੇ ਹੋਰ ਬੜੇ ਫੈਸਲੇ ਲਿੱਤੇ, ਬੜੇ ਸਟੈਪ ਚੁੱਕੇ, ਪਰ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। ਸਰ ਨਾਲ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਜਿੱਦਾਂ ਮੈਂ ਸ਼ੁਰੂਆਤ 'ਚ ਕਿਹਾ ਕਿ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ ਜਾਂਦਾ ਹੈ, ਉਦੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ, ਕਾਂਗਰਸ ਸਰਕਾਰ ਤੁਹਾਡਾ ਕਮਿਸ਼ਨ ਬਿਠਾਉਂਦੀ ਹੈ, ਤੁਹਾਡੇ ਅੰਡਰ ਆਉਂਦਾ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ। ਇਹ ਲੋੜ ਕਿਉਂ ਪਈ ਕਿ ਉਹਨਾਂ ਨੂੰ ਪਹਿਲਾਂ ਵਾਲੀ ਜਿਹੜੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਜਿਹੜੀਆਂ ਰਿਪੋਰਟਸ ਬਣਾਈਆਂ ਸੀ ਉਹਨਾਂ 'ਤੇ ਯਕੀਨ ਨਹੀਂ ਸੀ, ਜਾਂ ਉਹ ਅਕਾਲੀ ਦਲ ਵੱਲੋਂ ਸੀ ਤਾਂ ਕਰਕੇ? ਕੀ ਇਹਦੇ ਵਿੱਚ ਕੀ ਗੱਲ ਰਹਿ ਗਈ ਸੀ? ਦੇਖੋ, ਤੇ ਗੌਰਮੈਂਟ ਦੱਸ ਸਕਦੀ ਹੈ ਕਿ ਕੀ ਕਾਰਨ ਸੀ, ਬਟ ਜਿਹੜਾ ਕਾਰਨ ਜਿਹੜਾ ਰਿਕਾਰਡ ਦੇ ਵਿੱਚ ਅਵੇਲੇਬਲ ਹੈ ਉਹ ਇਹ ਸੀ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਇਸ ਜਿਹੜੀ ਨਵੀਂ ਕਾਂਗਰਸ ਸਰਕਾਰ ਸੀ, ਉਹਨਾਂ ਦਾ ਇਹ ਮੰਨਣਾ ਸੀ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਕੰਪਲੀਟ ਨਹੀਂ ਕੀਤਾ ਟਾਸਕ ਪੂਰਾ, ਉਹਦੇ 'ਚ ਕੁਛ ਰਹਿ ਗਿਆ ਸੀ। ਅਤੇ ਪਲੱਸ ਇਨ ਦਾ ਮੀਨ ਵਾਈਲ ਕੋਈ ਹੋਰ 150 ਦੇ ਕਰੀਬ ਹੋਰ ਇੰਸੀਡੈਂਟਸ ਹੋ ਗਏ ਸੀ ਸਕ੍ਰਿਲੇਜ ਦੇ, ਜਿਹੜਾ ਇਹਨਾਂ ਨੇ ਮੇਰੇ ਕਮਿਸ਼ਨ ਨੂੰ ਫਿਰ ਰੈਫਰ ਕੀਤਾ ਸੀ ਕਿ ਆਈ ਵਾਸ ਟੂ ਇਨਕੁਆਇਰ ਆਲ ਦੋਜ਼ ਇੰਸੀਡੈਂਟਸ ਜਿਹੜੇ ਸਬਸੀਕੁਐਂਟਲੀ ਵੀ ਹੋਏ ਸੀ, ਪਲੱਸ ਟੂ ਕੰਪਲੀਟ ਦੀ ਅਨਫਿਨਿਸ਼ਡ ਟਾਸਕ ਜਿਹੜਾ ਗੌਰਮੈਂਟ ਦੇ ਮੁਤਾਬਿਕ ਜਸਟਿਸ ਜ਼ੋਰਾ ਸਿੰਘ ਨੇ ਪੂਰਾ ਕੰਪਲੀਟ ਨਹੀਂ ਸੀ ਕੀਤਾ। ਤਾਂ ਇਸ ਕਰਕੇ ਨਵਾਂ ਕਮਿਸ਼ਨ ਬਣਾਇਆ ਗਿਆ ਸੀ। ਦਿਸ ਵਾਸ ਦ ਟਰਮਸ ਆਫ ਰੈਫਰੈਂਸ। ਤੋ ਕੋਈ ਹੋਰ ਕਾਰਨ ਤਾਂ ਮੈਨੂੰ ਜੋ ਗੌਰਮੈਂਟ ਹੀ ਦੱਸ ਸਕਦੀ ਹੈ। ਦਿਸ ਇਜ਼ ਦੀ ਰੀਜ਼ਨ ਵਿਚ ਇਜ਼ ਅਵੇਲੇਬਲ ਔਨ ਰਿਕਾਰਡ। ਪਰ ਸਰ, ਗੱਲਾਂ ਇਹ ਵੀ ਆਉਂਦੀਆਂ, ਜਿਹੜਾ ਜਸਟਿਸ ਜ਼ੋਰਾ ਸਿੰਘ ਨੇ ਰਿਪੋਰਟ ਤਿਆਰ ਕੀਤੀ ਸੀ ਅਤੇ ਜਿਹੜੀ ਤੁਸੀਂ ਕੀਤੀ ਸੀ, ਉਹ ਰਿਪੋਰਟਸ ਆਲਮੋਸਟ ਸਿਮਿਲਰ ਸੀਗੀਆਂ, ਉਹਨਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ। ਨਹੀਂ, ਐਸੀ ਗੱਲ ਨਹੀਂ ਹੈ। ਦੇਰ ਇਜ਼ ਅ ਮੇਜਰ ਡਿਫਰੈਂਸ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਸਿਰਫ ਜਿਹੜੀ ਬਹਿਬਲ ਕਲਾਮ ਫਾਇਰਿੰਗ ਦੇ ਉੱਤੇ ਉਹਨਾਂ ਨੇ ਕੁਝ ਇੰਡੀਕੇਸ਼ਨ ਦਿੱਤੀ ਸੀਗੀ। ਇੱਕ ਜਿਹੜਾ ਉੱਥੇ SSP ਸ਼ਰਮਾ ਹੈ, ਉਹਨਾਂ ਨੂੰ ਕੁਝ ਉਹਨਾਂ ਨੇ ਇੰਡਿਕਟ ਕੀਤਾ ਸੀ। ਮੇਰੇ ਕਮਿਸ਼ਨ ਨੇ, ਜਸਟਿਸ ਜ਼ੋਰਾ ਸਿੰਘ ਕਮਿਸ਼ਨ ਕੁਡ ਨਾਟ ਫਾਈਂਡ ਐਨੀਥਿੰਗ ਸੋ ਫਾਰ ਐਜ਼ ਕੋਟਕਪੂਰਾ ਇੰਸੀਡੈਂਟ ਵਾਸ ਕੰਸਰਨਡ। ਉਹ ਕੋਟਕਪੂਰਾ ਇੰਸੀਡੈਂਟ ਉਹਨਾਂ ਨੇ ਅਧੂਰਾ ਇਸ ਕਰਕੇ ਛੱਡਿਆ ਸੀ ਕਿ ਉਹਨਾਂ ਨੇ ਇੱਕ CCTV ਫੁਟੇਜ ਸੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਸੀ ਪੁਲਿਸ ਵੱਲੋਂ। ਮੇਰੇ ਕਮਿਸ਼ਨ ਨੇ ਉਹ ਪ੍ਰੋਕਿਓਰ ਵੀ ਕੀਤੀ। ਉਹ ਪ੍ਰੋਕਿਓਰ ਕਰਨ ਤੋਂ ਬਾਅਦ ਉਸ ਦੇ ਬੇਸਿਸ ਦੇ ਉੱਤੇ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਸੀ ਉਹਨਾਂ ਨੂੰ ਇੰਡਿਕਟ ਵੀ ਕੀਤਾ। ਉਹ ਪਹਿਲੇ ਕਮਿਸ਼ਨ 'ਚ ਕੋਈ ਉਹਨਾਂ ਦੀ ਇੰਡਿਕਟਮੈਂਟ ਨਹੀਂ ਸੀ। ਦੂਸਰੀ ਗੱਲ ਇਹ ਸੀ ਕਿ ਜਿਹੜੀ ਬਹਿਬਲ ਕਲਾਮ ਫਾਇਰਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਸਿਰਫ ਨਾਮਜ਼ਦ ਇੱਕ ਬੰਦੇ ਨੂੰ ਕਿਹਾ ਸੀ ਜ਼ਿੰਮੇਵਾਰ, ਵੀ ਉਹ ਜ਼ਿੰਮੇਵਾਰ ਹੈ ਸ਼ਰਮਾ। ਬਟ ਸਾਡੇ ਕਮਿਸ਼ਨ ਨੇ ਆਈ ਵਿਟਨੈਸ ਦੇ ਬੇਸਿਸ ਦੇ ਉੱਤੇ 4 ਪੁਲਿਸ ਅਫਸਰ ਜਿਨ੍ਹਾਂ ਨੇ ਗੋਲੀਆਂ ਚਲਾ ਕੇ 2 ਬੰਦਿਆਂ ਨੂੰ ਮਾਰਿਆ ਸੀ ਜਾਂ ਜਿਨ੍ਹਾਂ ਨੂੰ ਬਾਕੀਆਂ ਨੂੰ ਜ਼ਖਮੀ ਕੀਤਾ ਸੀ, ਉਹਨਾਂ ਦੇ ਖਿਲਾਫ ਐਵੀਡੈਂਸ ਆਈ ਸੀ ਅਤੇ ਉਹਨਾਂ ਨੂੰ ਇੰਡਿਕਟ ਕੀਤਾ ਗਿਆ, ਉਹਨਾਂ ਨੂੰ FIR 'ਚ ਨੋਮੀਨੇਟ ਕੀਤਾ ਗਿਆ। ਰਿਕਮੈਂਡੇਸ਼ਨ ਸੀਗੀਆਂ ਸਾਡੀਆਂ। ਤਾਂ ਦੇਰ ਵਾਜ਼ ਅ ਮੇਜਰ ਡਿਫਰੈਂਸ ਬਿਟਵੀਨ ਦੀ ਫਾਈਂਡਿੰਗਸ ਆਫ ਜ਼ੋਰਾ ਸਿੰਘ ਕਮਿਸ਼ਨ ਐਂਡ ਮਾਈ ਕਮਿਸ਼ਨ। ਸਰ, ਸੁਮੇਧ ਸੈਣੀ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਤੁਸੀਂ? ਆਈ ਹੈਵ ਇੰਡਿਕਟਡ ਸੁਮੇਧ ਸੈਣੀ ਫॉर ਕੋਟਕਪੂਰਾ, ਕਿਉਂਕਿ ਇਹ ਮੇਰੀ ਫਾਈਂਡਿੰਗ ਇਹ ਹੈ ਕਿ ਸੁਮੇਧ ਸੈਣੀ ਵਾਜ਼ ਫੁੱਲੀ ਰਿਸਪੋਂਸਿਬਲ and including the then Chief Minister Prakash Singh Badal, because एक गल ਤਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ 'ਚ ਆਈ ਨਹੀਂ ਸੀ, ਕਿਉਂਕਿ ਰਾਤ ਨੂੰ 2 ਵਜੇ ਜਦੋਂ ਉੱਥੇ ਧਰਨੇ 'ਤੇ ਬੈਠੇ ਸੀ ਲੋਕ,
ਤੇ ਕਨਵਰਸੇਸ਼ਨ ਹੁੰਦੀ ਹੈ ਬਿਟਵੀਨ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਐਂਡ ਸਮੇਤ ਸਿੰਘ ਸੈਣੀ ਐਂਡ ਪ੍ਰਕਾਸ਼ ਸਿੰਘ ਬਾਦਲ ਆਸਕਸ ਹਿਮ ਕਿ ਜੀ ਉੱਥੇ ਕੀ ਸਿਚੁਏਸ਼ਨ ਹੈ ਤੇ ਵਾਟ ਆਰ ਯੂ ਡੂਇੰਗ, ਤੁਸੀਂ ਕੀ ਕਰ ਰਹੇ ਹੋ। ਤੋ ਉਸ ਦੇ ਬੇਸਿਸ ਦੇ ਉੱਤੇ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਡੀਜੀਪੀ ਨਾਲ ਗੱਲ ਕਰੋ, ਔਰ ਡੀਜੀਪੀ ਨਾਲ ਜਦੋਂ ਗੱਲ ਹੁੰਦੀ ਹੈ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਮੇਤ ਸਿੰਘ ਸੈਣੀ ਨੇ ਕਿਹਾ ਕਿ ਮੈਂ 10 ਮਿੰਟ ਵਿੱਚ ਸ਼ਹਿਰ ਖਾਲੀ ਕਰਾ ਕੇ ਤੁਹਾਨੂੰ ਚਾਬੀਆਂ ਪਕੜਾ ਦਿਆਂਗਾ, ਤੇ ਫਿਰ ਉੱਥੇ ਗੋਲੀ ਚੱਲੀ। ਤਾਂ ਮੈਂ ਦੋਨਾਂ ਨੂੰ ਇੰਡਿਕਟ ਕੀਤਾ। ਐਸੀ ਕੋਈ ਫਾਈਂਡਿੰਗ ਜ਼ੋਰਾ ਸਿੰਘ ਕਮਿਸ਼ਨ 'ਚ ਨਹੀਂ ਸੀ। ਤੋ ਮੈਂ ਕਿਹਾ ਕਿ ਸੈਣੀ ਵੀ ਜ਼ਿੰਮੇਵਾਰ ਸੀ ਜਿਹੜਾ ਉੱਥੇ ਕੋਟਕਪੂਰੇ ਜੋ ਕੁਛ ਹੋਇਆ, ਔਰ ਈਵਨ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਸਾਰੀ ਐਵੀਡੈਂਸ ਸਾਰੀ CMO ਦੀ ਕਾਫੀ ਰਿਕਾਰਡ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇੰਡਿਕਟ ਕੀਤਾ ਗਿਆ ਹੈ। ਸਾਰਾ ਉਮਰਾ ਨੰਗਲ ਨੂੰ ਵੀ ਇੰਡਿਕਟ ਕੀਤਾ ਹੈ ਮੇਰੇ ਕਮਿਸ਼ਨ ਨੇ ਕੋਟਕਪੂਰੇ। ਡੇਰਾ ਮੁਖੀ ਦਾ ਵੀ ਨਾਮ ਆਉਂਦਾ ਰਿਹਾ ਇਹ 'ਚ, ਤਾਂ ਕਿੰਨਾ ਕੁ ਇਸ ਚੀਜ਼ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਡੇਰਾ ਮੁਖੀ ਦਾ ਹੀ ਹੱਥ ਸੀਗਾ ਇਹਦੇ ਵਿੱਚ ਜ਼ਿਆਦਾ? ਮੇਰੀ ਫਾਈਂਡਿੰਗ ਇਹ ਕਹਿੰਦੀ ਹੈ ਕਿ ਸਾਰਾ ਸਾਜ਼ਿਸ਼ ਜਿਹੜੀ ਰਚਾਈ ਗਈ ਸੀ ਉਹਦੇ 'ਚ ਜ਼ਿੰਮੇਵਾਰੀ ਸੀ ਡੇਰਾ ਮੁਖੀ ਤੱਕ ਗੱਲ ਜਾਂਦੀ ਸੀ, ਕਿਉਂਕਿ ਜਿਹੜੇ ਬੜੇ ਨਜ਼ਦੀਕ ਜਿਹੜੇ ਇੱਕ ਉੱਥੇ ਇੱਕ ਬਿੱਟੂ ਨਾਮ ਦਾ ਸ਼ਖਸ ਸੀ ਜਿਹਨੂੰ ਪੁਲਿਸ ਨੇ ਅਰੈਸਟ ਕੀਤਾ ਸੀ, ਅਤੇ ਉਹਨੇ ਇੱਕ ਜੁਡੀਸ਼ੀਅਲ ਕਨਫੈਸ਼ਨ ਕੀਤਾ ਸੀ। ਉਹਨੇ ਸਾਰਾ ਮੰਨਿਆ ਸੀ ਉਸ ਗੱਲ ਦੇ ਵਿੱਚ ਕਿ ਜੀ ਕਿਸ ਤਰ੍ਹਾਂ ਇਹ ਸਾਜ਼ਿਸ਼ ਕੀਤੀ ਗਈ ਸੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਕੇ, ਫਿਰ ਉਸ 'ਤੇ ਇਸ਼ਤਿਹਾਰ ਲਾਏ ਗਏ ਕਿ ਅਸੀਂ ਉਹ ਫਿਲਮ ਇੱਕ ਰਿਲੀਜ਼ ਕਰਨਾ ਚਾਹੁੰਦੇ ਸੀ ਜਿਹਦੀ ਪੰਜਾਬ 'ਚ ਨਹੀਂ ਹੋ ਰਹੀ ਸੀ। ਤੋ ਇਹ ਸਾਰੀਆਂ ਗੱਲਾਂ ਤਾਂ ਮੇਰੇ ਕਮਿਸ਼ਨ 'ਚ ਆਈਆਂ ਨੇ, ਪਹਿਲਾਂ ਤਾਂ ਕਿਸੇ ਨੇ ਇਹਨਾਂ ਨੂੰ ਇਨਵੈਸਟੀਗੇਟ ਹੀ ਨਹੀਂ ਕੀਤਾ ਜਾਂ ਇਨਕੁਆਇਰੀ ਨਹੀਂ ਕੀਤਾ। ਤੋ ਮੇਰੇ ਵਿਚਾਰ ਨਾਲ ਮੈਂ ਤਾਂ ਇੰਡਿਕਟ ਕੀਤਾ ਕਿ ਜਿਹੜੀ ਸਾਰੀ ਸਾਜ਼ਿਸ਼ ਸੀ ਇਸ ਬੇਅਦਬੀ ਦੀ, ਉਹ ਡੇਰਾ ਵਿੱਚ ਬੁਣੀ ਗਈ ਔਰ ਡੇਰਾ ਮੁਖੀ ਤੱਕ ਜਾਂਦੀ ਹੈ ਗੱਲ, ਕਿਉਂਕਿ ਉਹਦੇ ਬੜੇ ਰਾਈਟ ਹੈਂਡ ਮੈਨ ਸੀ ਜਿਹੜੇ ਸਾਰੇ ਗਾਈਡ ਕਰ ਰਹੇ ਸੀ ਇਹਨਾਂ ਸਾਰਿਆਂ ਨੂੰ। ਪਰ ਐਂ ਤਾਂ ਨਹੀਂ ਕਿ ਕੰਮ ਕੋਈ ਹੋਰ ਕਰਾਉਂਦਾ ਰਿਹਾ ਅਤੇ ਧਿਆਨ ਡੇਰਾ ਮੁਖੀ ਵੱਲ ਕਰਦੇ ਰਹੇ ਕਿ ਹਾਂਜੀ ਡੇਰਾ ਮੁਖੀ ਨੇ ਕੀਤਾ ਹੈ। ਭਾਵੇਂ ਉਹ ਪੋਸਟਰ ਲੱਗੇ ਆ, ਪੋਸਟਰ ਵਿੱਚ ਕਈ ਵਰਡ ਜਿਵੇਂ ਬਾਬਾ ਕਿਹਾ ਗਿਆ ਕਿ ਅਸੀਂ ਤੁਹਾਡੇ ਬਾਬੇ ਦਾ ਸਰੂਪ ਇੱਦਾਂ ਜਾਂ ਕੋਈ ਗੱਲ ਕਹੀ ਗਈ ਸੀ, ਹੈ ਨਾ, ਤਾਂ ਉਹ ਕਈ ਵਰਡ ਉਸ ਪੋਸਟਰ ਵਿੱਚ ਅਜਿਹੇ ਯੂਜ਼ ਕੀਤੇ ਗਏ ਜੋ ਕਿ ਡੇਰਾ ਮੁਖੀ ਵੈਸੇ ਯੂਜਲੀ ਯੂਜ਼ ਨਹੀਂ ਕਰਦੇ, ਕਿ ਧਿਆਨ ਡਾਈਵਰਟ ਕੀਤਾ ਗਿਆ ਹੋਵੇ ਉੱਧਰ ਨੂੰ। ਨਹੀਂ, ਦੇਖੋ ਮੇਰੀ ਫਾਈਂਡਿੰਗ ਤਾਂ ਇਹ ਹੈ ਵੀ ਕੋਈ ਐਸੀ ਗੱਲ ਨਹੀਂ ਸੀ, ਕਿਉਂਕਿ ਜਿਹੜਾ ਬਿੱਟੂ ਨੇ ਕਨਫੈਸ਼ਨ ਕੀਤਾ, ਜੁਡੀਸ਼ੀਅਲ ਕਨਫੈਸ਼ਨ ਹੈ, ਕੋਰਟ ਦੇ ਵਿੱਚ ਜਾ ਕੇ ਕੀਤਾ ਉਹਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਉੱਥੋਂ ਕਿਹਾ ਗਿਆ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਚੁੱਕੋ ਕਿ ਔਰ ਫਿਰ ਚੁੱਕ ਕੇ ਫਿਰ ਉਹਨੂੰ ਰਿਲੀਜ਼ ਕਰਾਉਣ ਵਾਸਤੇ ਕਿਸ ਤਰ੍ਹਾਂ ਇਸ਼ਤਿਹਾਰ ਲਗਾਏ ਗਏ। ਫਿਰ ਇਸ਼ਤਿਹਾਰ ਜਿਹੜੇ ਇਹ ਸਾਰਾ ਐਵੀਡੈਂਸ ਆਇਆ ਹੈ ਕਿ ਉਹ ਕਿੱਥੋਂ ਕਾਗਜ਼ ਲਿਆ ਗਿਆ, ਕਿੱਥੋਂ ਪੈਨ ਲਿਆ ਗਿਆ, ਕਿੰਨੇ ਇਸ਼ਤਿਹਾਰ ਵਰਡਿੰਗ ਲਿਖੀ, ਕਿੰਨੇ ਉਹਨੂੰ ਲਿਖਿਆ, ਕਿਹੜੇ ਹੈਂਡਰਾਈਟਿੰਗ ਨੇ ਲਿਖਿਆ, ਫਿਰ ਉਹ ਕਿਸ ਤਰ੍ਹਾਂ ਕੌਣ ਲਗਾ ਕੇ ਆਇਆ, ਫਿਰ ਉਹਨਾਂ ਨੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਿਆ, ਕਿੱਥੋਂ ਚੁੱਕ ਕੇ ਲੈ ਕੇ ਆਏ, ਕਿਸ ਤਰ੍ਹਾਂ ਉਹਦੇ ਪੇਜ ਆਪਣਾ ਪੰਨੇ ਫਾੜੇ, ਫਿਰ ਪੰਨੇ ਫਾੜ ਕੇ ਕਿਸ ਤਰ੍ਹਾਂ ਖਿਲਾਰੇ ਬਰਗਾੜੀ ਦੇ ਵਿੱਚ, ਇਹ ਸਾਰਾ ਐਵੀਡੈਂਸ ਆਇਆ ਹੋਇਆ। ਇਟ ਇਜ਼ ਨਾਟ ਦੈਟ ਕਿ ਕੋਈ ਇਨਫਰੈਂਸਿਸ ਨੇ, ਦਿਸ ਆਈ ਐਮ ਟਾਕਿੰਗ ਆਫ ਐਵੀਡੈਂਸ ਵਿਚ ਇਜ਼ ਫਾਈਂਡਿੰਗ ਆਫ ਆਰ ਕਮਿਸ਼ਨ। ਤੋ ਇਹਦੇ 'ਚ ਕੋਈ ਮੇਰੇ ਵਿਚਾਰ ਨਾਲ ਤਾਂ ਕੋਈ ਸਕੋਪ ਨਹੀਂ, ਹੋਰ ਕੋਈ ਐਂਗਲ ਨਜ਼ਰ ਵੀ ਨਹੀਂ ਸੀ ਆਇਆ, ਨਾ ਹੀ ਕੋਈ ਆਇਆ ਸੀ। ਇਨਫੈਕਟ ਜਿਹੜੀ ਪੰਜਾਬ ਪੁਲਿਸ ਸੀ ਡਿਊਰਿੰਗ ਦੀ ਟਾਈਮ ਆਫ ਅਕਾਲੀ ਗਵਰਨਮੈਂਟ, ਉਹਨਾਂ ਨੇ ਬਿਲਕੁਲ ਡੇਰਾ ਪ੍ਰੇਮੀ ਵਾਲਾ ਐਂਗਲ ਇਨਵੈਸਟੀਗੇਟ ਹੀ ਨਹੀਂ ਸੀ ਕੀਤਾ, ਇਨਕੁਆਇਰੀ ਨਹੀਂ ਸੀ ਕੀਤਾ, ਇਸ ਕਰਕੇ ਉੱਧਰ ਨੂੰ ਕੋਈ ਜਾਂਦਾ ਹੀ ਨਹੀਂ ਸੀਗਾ, ਡਰਦੇ ਸੀ ਉਹਦੇ ਕੋਲੋਂ ਸਾਰੇ। ਉਹ ਤਾਂ ਜਦੋਂ ਪਕੜਿਆ ਗਿਆ ਪੰਚਕੂਲਾ ਦੇ ਕੇਸ ਦੇ ਵਿੱਚ, ਉਸ ਤੋਂ ਬਾਅਦ ਥੋੜ੍ਹੀ ਸੱਚਾਈ ਅੱਗੇ ਆਉਣੀ ਸ਼ੁਰੂ ਹੋਈ। ਤਾਂ ਉਹਦਾ ਜੁਡੀਸ਼ੀਅਲ ਕਨਫੈਸ਼ਨ ਦਾ ਕੰਪਲੀਟ ਆਨਸਰ ਹੈ ਸਾਰੀਆਂ ਗੱਲਾਂ ਦਾ। ਸਰ ਤੁਹਾਨੂੰ ਲੱਗਦਾ ਕਿ ਸੁਮੇਧ ਸੈਣੀ ਨੂੰ ਜ਼ਿਆਦਾ ਸ਼ਹਿ CM ਦੀ ਮਿਲੀ ਕਿ ਡੈਪਿਊਟੀ CM ਦੀ ਮਿਲੀ? ਮੈਂ ਕੁਝ ਨਹੀਂ ਕਹਿ ਸਕਦਾ, ਇਸ ਬਾਰੇ ਕੋਈ ਐਵੀਡੈਂਸ ਨਹੀਂ ਆਈ। ਇੰਨਾ ਹੈ ਕਿ ਜੋ ਕੁਝ ਵੀ ਉੱਥੇ ਹੋਇਆ, ਉਹਨਾਂ ਨੇ ਮੇਰੇ ਖਿਆਲ ਸੈਣੀ ਅਤੇ ਚੀਫ ਮਿਨਿਸਟਰ ਵਾਜ਼ ਇਨ ਟੱਚ ਐਟ ਦੈਟ ਟਾਈਮ। ਕੋਈ ਐਵੀਡੈਂਸ ਮੇਰੇ ਕੋਲ ਡਿਪਟੀ ਚੀਫ ਮਿਨਿਸਟਰ ਵਾਲੀ ਨਹੀਂ ਆਈ। ਜੇ ਕੋਈ ਇਨਵੈਸਟੀਗੇਸ਼ਨ 'ਚ ਆਈ ਹੋਵੇ ਮੈਂ ਕਹਿ ਨਹੀਂ ਸਕਦਾ, ਜਿਹੜੀ ਸਬਸੀਕੁਐਂਟਲੀ ਇਨਵੈਸਟੀਗੇਸ਼ਨ ਹੋਈ ਹੈ ਇਸ ਕੇਸ ਦੇ ਵਿੱਚ, ਜਿਵੇਂ ਕੁੰਵਰ ਵਿਜੇ ਪ੍ਰਤਾਪ ਜਾਂ ਜਿਹੜੀ ਵੀ ਸਿੱਟ ਨੇ ਕੀਤੀ ਹੈ, ਉਹਨਾਂ ਦਾ ਡਿਫਰੈਂਟ ਇਸ਼ੂ ਹੋ ਸਕਦਾ, ਪਰ ਸਾਡੇ ਵੇਲੇ ਉਸ ਵੇਲੇ ਇਹ ਨਹੀਂ ਸੀ ਆਈ ਕੋਈ। ਬਾਕੀ ਜਿਹੜਾ ਸਭ ਕੁਝ ਇਨਵੈਸਟੀਗੇਸ਼ਨ ਹੋਈ ਹੈ, ਇਟ ਇਜ਼ ਪ੍ਰਾਈਮਰੀਲੀ ਬੇਸਡ ਔਨ ਮਾਈ ਕਮਿਸ਼ਨ ਫਾਈਂਡਿੰਗ। ਉਹ ਸਾਰੇ ਜਿਹੜੀ ਐਵੀਡੈਂਸ ਜਿਹੜੀ ਉਹਨਾਂ ਨੇ ਰਿਕਾਰਡ ਕੀਤੀ ਹੈ, ਇਹ ਇੱਕ ਲੀਗਲ ਰਿਕੁਆਇਰਮੈਂਟ ਹੈ ਕਿ ਜੀ ਜਦੋਂ ਤੁਸੀਂ ਆਪਣਾ ਕੋਰਟ ਦੇ ਵਿੱਚ ਜਿਹੜਾ ਚਲਾਨ ਪੇਸ਼ ਕਰਨਾ, ਉਹ ਪੁਲਿਸ ਦਾ ਕੰਮ ਹੈ ਆਪਣਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ। ਤਾਂ ਇਸ ਕਰਕੇ ਮੇਰੇ ਕਮਿਸ਼ਨ ਤੋਂ ਬਾਅਦ ਕੋਈ ਐਸਾ ਕੋਈ ਸਰਟੀਫਿਕੇਟ, ਮੇਰੀ ਕਮਿਸ਼ਨ ਤਾਂ ਯੂਨੈਨਿਮਸਲੀ ਐਕਸੈਪਟ ਹੋਇਆ ਸੀ ਪੰਜਾਬ ਅਸੈਂਬਲੀ ਦੇ ਵਿੱਚ ਵਿਦਾਊਟ ਐਨੀ ਪ੍ਰੋਟੈਸਟ ਐਕਸੈਪਟ ਫॉर ਅਕਾਲੀਜ਼ ਬਾਈਕਾਟਡ,
ਬਾਕੀ ਸਾਰਾ ਤਾਂ ਯੂਨੈਨਿਮਸਲੀ ਐਕਸੈਪਟ ਹੈ, ਸਾਰੀਆਂ ਫਾਈਂਡਿੰਗ ਉਹਦੇ 'ਚ, ਉੱਤੇ ਐਕਸ਼ਨ ਟੇਕਨ ਰਿਪੋਰਟ ਵੀ ਹੋਈ ਹੈ, ਉਹਦੇ ਬੇਸਿਸ ਤੇ ਕੰਪਨਸੇਸ਼ਨ ਕੀਤੇ ਗਏ ਲੋਕਾਂ ਨੂੰ ਸਾਰਿਆਂ ਨੂੰ। ਮੇਰੇ ਕਮਿਸ਼ਨ ਤੇ ਕੋਈ ਕਿੰਤੂ ਪਰੰਤੂ ਨਹੀਂ। ਸਿੱਟ ਦੇ ਜਾਂਚ ਮੁਖੀ ਹੋਏ ਕੁੰਵਰ ਵਿਜੇ ਪ੍ਰਤਾਪ, ਉਹਨਾਂ ਦਾ ਜਿਹੜਾ ਰੋਲ ਹੈ ਉਹਨੂੰ ਤੁਸੀਂ ਹਾਂ ਪੱਖੀ ਦੇਖਦੇ ਹੋ ਕਿ ਨਾ ਪੱਖੀ ਦੇਖਦੇ ਹੋ? ਮੈਂ ਕਿਸੇ ਇੰਡੀਵਿਜੂਅਲ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਕੋਈ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਕਰਨਾ ਕੇਸ ਹੈ, ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਉਹਦੇ 'ਚ ਅਲਟੀਮੇਟਲੀ ਜਿਹੜਾ ਜ਼ਿੰਮੇਵਾਰੀ ਜਿਹੜੀ ਅਲਟੀਮੇਟਲੀ ਆਈ ਉਹ ਕੁੰਵਰ ਵਿਜੇ ਪ੍ਰਤਾਪ ਦੀ ਆਈ। ਪਹਿਲਾਂ ਤਾਂ ਹੈੱਡ ਮਿਸਟਰ ਪ੍ਰਮੋਦ ਕੋਈ ਹੈੱਡ ਕਰ ਰਹੇ ਸੀਗੇ, ਸਬਸੀਕੁਐਂਟਲੀ ਮੇਰਾ ਖਿਆਲ ਉਹਨਾਂ ਨੂੰ ਹਟਾਇਆ ਗਿਆ ਜਾਂ ਚੇਂਜ ਕੀਤਾ ਗਿਆ, ਤਾਂ ਕੁੰਵਰ ਵਿਜੇ ਪ੍ਰਤਾਪ ਚਲਾਨ ਤਾਂ ਉਹਨਾਂ ਨੇ ਪੇਸ਼ ਕੀਤਾ ਸੀ। ਉਹਦਾ ਸੈਟਬੈਕ ਹਾਈ ਕੋਰਟ ਨੇ ਆਪਣਾ ਸੈਟੀਸਫਾਈਡ ਕਰ ਦਿੱਤੀ, ਉਹਨਾਂ ਦੀ ਜਿਹੜੀ ਚਲਾਨ ਉਹਨਾਂ ਨੇ ਪੇਸ਼ ਕੀਤਾ ਸੀ ਇਹਨੂੰ। ਤੋ ਫਰਦਰ ਗੌਰਮੈਂਟ ਨੇ ਫਿਰ ਇੱਕ ਹੋਰ ਨਵੀਂ ਸਿਟ ਬਣਾਈ ਸੀ ਜਿਹੜੀ ਹੈਡਡ ਬਾਏ ਮਿਸਟਰ ਯਾਦਵ, ADGP ਯਾਦਵ ਨੇ। ਉਹ ਹੁਣ ਆਪਣਾ ਕੰਮ ਕਰ ਰਹੇ ਨੇ। ਇਨ ਦਾ ਸਾਈਮਲਟੇਨੀਅਸਲੀ ਮੇਰਾ ਖਿਆਲ ਪੰਜਾਬ ਗੌਰਮੈਂਟ ਨੇ ਉਹ ਚੈਲੰਜ ਵੀ ਕੀਤੀ ਸੀ ਜਿਹੜੀ ਹਾਈ ਕੋਰਟ ਦੀ ਫਾਈਂਡਿੰਗ ਹੈ। ਮੈਂ ਹਾਈ ਕੋਰਟ ਦੀ ਫਾਈਂਡਿੰਗ ਨਾਲ ਮੁਤਫਿਕ ਨਹੀਂ ਹਾਂ, ਮੈਂ ਉਹਨਾਂ ਨੂੰ ਆਈ ਡੋਂਟ ਅਸੈਪਟ ਦੈਟ। ਉਹ ਮੇਰੇ ਵਿਚਾਰ ਨਾਲ ਹਾਈ ਕੋਰਟ ਬਹੁਤ ਐਕਸੈਸਿਵ ਜਾ ਕੇ ਉਹਨਾਂ ਨੇ ਉਹ ਸੈਟੀਸਫਾਈਡ ਕੀਤੀ ਹੈ। ਇਨਵੈਸਟੀਗੇਸ਼ਨ ਨੋਰਮਲੀ ਜਿਹੜੀ ਹੈ ਉਹਨੂੰ ਸੈਟੀਸਫਾਈਡ ਕਰਨਾ ਕੁਛ ਐਸੇ ਗੱਲਾਂ ਕਰਕੇ ਜਿਹੜੀਆਂ ਕਿ ਉਹਦੇ 'ਚ ਪਲੀਡਡ ਵੀ ਨਹੀਂ ਸੀਗੀਆਂ, ਉਹ ਕੋਈ ਬਹੁਤਾ ਚੰਗਾ ਫੈਸਲਾ ਨਹੀਂ ਮੈਂ ਉਹਨੂੰ ਸਮਝਦਾ ਹਾਈ ਕੋਰਟ ਦੇ ਫੈਸਲੇ ਨੂੰ। ਬਾਕੀ ਐਕਚੁਅਲ ਫੈਕਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਕੀ ਰੋਲ ਰਿਹਾ, ਉਹਨਾਂ ਨੇ ਕੀ ਕੀਤਾ, ਕਿਉਂਕਿ ਮੈਂ ਸਟੱਡੀ ਨਹੀਂ ਕੀਤਾ, ਆਈ ਵਿਲ ਨਾਟ ਲਾਈਕ ਟੂ ਕਮੈਂਟ। ਸਰ ਪਿਛਲੇ ਸਾਲ ਦੀ ਗੱਲ ਕਰੀਏ, ਕੋਟਕਪੂਰੇ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਖਹਿਰਾ, ਹੋਰ ਬੜੇ ਜਾਣਿਆਂ ਨੇ ਜਾ ਕੇ ਉੱਥੇ ਹਾਈ ਕੋਰਟ ਦੇ ਜਿਹੜੇ ਰਿਪੋਰਟਸ ਆਈਆਂ ਸੀਗੀਆਂ ਉਹਨਾਂ ਦੀਆਂ ਕਾਪੀਜ਼ ਨੂੰ ਉੱਥੇ ਸਾੜਿਆ ਗਿਆ। ਤੁਸੀਂ ਐਜ਼ ਅ ਜੱਜ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਨਹੀਂ, ਇਹ ਬਹੁਤਾ ਪ੍ਰੋਪਰ ਗੱਲ ਨਹੀਂ ਹੈ। ਤੁਸੀਂ ਦੇਖੋ, ਫੇਅਰ ਕ੍ਰਿਟਿਸਿਜ਼ਮ ਆਫ ਐਨੀ ਜਜਮੈਂਟ ਇਜ਼ ਅਲਾਊਡ। ਕੋਈ ਵੀ ਜਜਮੈਂਟ ਹੈ, ਕਿਉਂਕਿ ਕੋਈ ਵੀ ਜਜਮੈਂਟ ਜੇ ਤੁਸੀਂ ਜਿਹੜਾ ਜਜਮੈਂਟ ਕੋਈ ਡਿਲੀਵਰ ਕਰਦਾ, ਉਹਨੂੰ ਰਾਈਟ ਹੈ ਜਿਹੜਾ ਅਗਰੀਵਡ ਪਾਰਟੀ ਹੈ ਉਸ ਨੂੰ ਚੈਲੰਜ ਕਰ ਸਕੇ। ਜੇ ਹਾਈ ਕੋਰਟ ਨੇ ਕੀਤੀ ਹੈ ਤਾਂ ਸੁਪਰੀਮ ਕੋਰਟ ਚੈਲੰਜ ਕਰ ਲਓ, ਜੇ ਸੁਪਰੀਮ ਕੋਰਟ ਨੇ ਕੀਤੀ ਦੈਟ ਇਜ਼ ਫਾਈਨਲ। ਪਰ ਉਹਦਾ ਇੱਦਾਂ ਦਾ ਪ੍ਰੋਟੈਸਟ ਕਰਨਾ ਇਜ਼ ਨਾਟ ਵੈਰੀ ਐਪਰੋਪਰੀਏਟ ਮੇਰੇ ਹਿਸਾਬ ਨਾਲ। ਹਾਂ, ਉਹਨੂੰ ਤੁਸੀਂ ਉਹਦੇ 'ਚ ਉਹਨੂੰ ਕ੍ਰਿਟੀਸਾਈਜ਼ ਕਰ ਸਕਦੇ ਹੋ, ਇਹਦੇ 'ਚ ਆਹ ਗਲਤੀਆਂ ਨੇ ਇਸ ਜਜਮੈਂਟ ਦੇ ਵਿੱਚ, ਇਹ ਜਜਮੈਂਟ ਜਿਹੜੀ ਹੈ ਬਿਯੋਂਡ ਜੂਰਿਸਡਿਕਸ਼ਨ ਹੈ, ਇਹ ਜਜਮੈਂਟ ਦਾ ਸਕੋਪ ਜਿਹੜਾ ਹੈ ਉਹ ਨਹੀਂ ਨੋਰਮਲੀ ਨਹੀਂ ਹੁੰਦਾ, ਇਨਵੈਸਟੀਗੇਸ਼ਨ ਨੂੰ ਇੰਟਰਫੇਰੈਂਸ ਨਹੀਂ ਹੁੰਦੀ। ਇਹ ਸਾਰੀਆਂ ਗੱਲਾਂ ਜੇ ਕੋਈ ਹੋਵੇ ਵੀ ਇਨਵੈਸਟੀਗੇਸ਼ਨ 'ਚ ਜੇ ਕੋਈ ਹੈ ਗਲਤੀ ਵੀ ਹੁੰਦੀ ਹੈ ਅਤੇ ਉਹਦਾ ਐਡਵਾਂਟੇਜ ਅਲਟੀਮੇਟਲੀ ਅਕਿਊਜ਼ ਜਾ ਕੇ ਕੋਰਟ ਕੋ ਪਲੀਡ ਕਰਦਾ। ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ, ਉਹ ਚਲਾਨ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ 'ਚ ਜੋ ਵੀ ਤਰੁੱਟੀਆਂ ਹੁੰਦੀਆਂ ਨੇ ਜਾਂ ਜੋ ਵੀ ਇਨਫਰਮਿਟੀਜ਼ ਹੁੰਦੀਆਂ ਨੇ, ਉਹ ਅਕਿਊਜ਼ ਇਜ਼ ਇੰਟਾਈਟਲਡ ਟੂ ਟੇਕ ਬੈਨੀਫਿਟ ਆਫ ਦੈਟ ਇਨ ਦੀ ਕੋਰਟ ਆਫ ਲਾਅ। ਉਹ ਮਤਲਬ ਕਿ ਜਿਹੜਾ ਹਾਈ ਕੋਰਟ ਨੇ ਪ੍ਰੀ ਟ੍ਰਾਇਲ ਸਟੇਜ 'ਤੇ ਹੀ ਉਹਨੂੰ ਸਭ ਕੁਝ ਸੈਟੀਸਫਾਈਡ ਕਰਤਾ, ਵਿਚ ਇਜ਼ ਨਾਟ ਵੈਰੀ ਐਪਰੋਪਰੀਏਟ। ਸਰ ਇਹ ਤਾਂ ਹੋ ਗਿਆ ਬੀਇੰਗ ਅ ਜੱਜ। ਬੀਇੰਗ ਅ ਸਿੱਖ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਜੇ ਉਹਨਾਂ ਨੇ ਜਾ ਕੇ ਉੱਥੇ ਉਹ ਕਾਪੀਜ਼ ਨੂੰ ਸਾੜਿਆ, ਤੁਸੀਂ ਬੀਇੰਗ ਅ ਸਿੱਖ ਕੀ ਕਹੋਗੇ? ਨਹੀਂ, ਮੈਂ ਐਜ਼ ਅ ਜੱਜ, ਐਜ਼ ਅ ਸਿੱਖ, ਆਈ ਐਮ ਨਾਟ ਵੈਰੀ ਡਿਫਰੈਂਟ। ਮੇਰੇ ਜਿਹੜੇ ਸੈਂਟੀਮੈਂਟਸ ਨੇ ਸਿੱਖ ਤੌਰ 'ਤੇ, ਅਤੇ ਉਹ ਮੈਂ ਜਦੋਂ ਜੱਜ ਦੇ ਤੌਰ 'ਤੇ ਬੈਠਦਾ ਕੋਈ ਉਹ ਖਤਮ ਨਹੀਂ ਹੋ ਜਾਂਦੇ। But as a judge you have to act independently, dehose yourself of all the other prejudices and minds. ਤੁਸੀਂ ਉੱਥੇ ਐਜ਼ ਏ ਬੀਇੰਗ ਸਿੱਖ ਨਹੀਂ ਫੈਸਲਾ ਕਰਦੇ, ਤੁਸੀਂ ਐਜ਼ ਏ ਜੱਜ ਫੈਸਲਾ ਕਰਦੇ ਹੋ। ਤਾਂ ਜੱਜ ਐਂਡ ਰਿਲੀਜਨ ਦੇ ਸ਼ੁੱਡ ਨਾਟ ਬੀ ਮਿਕਸ ਟੁਗੈਦਰ। ਇਹਦੇ 'ਚ ਕੋਈ ਮਿਕਸਿੰਗ ਨਹੀਂ ਹੋਣੀ ਚਾਹੀਦੀ। ਤੋ ਦੈਟ ਇਜ਼ ਵਾਟ ਇਜ਼ ਦੀ ਕੁਆਲਿਟੀ ਆਫ ਜਸਟਿਸ। ਅਗਰ ਤੁਸੀਂ ਆਪਣਾ ਤੁਹਾਡਾ ਕੋਈ ਵਿਊ ਇਸ ਗੱਲ 'ਤੇ ਤੁਸੀਂ ਇਫੈਕਟ ਕਰ ਲਓ ਕਿ ਮੇਰਾ ਰਿਲੀਜਨ ਇਹ ਹੈ ਅਤੇ ਇਹ ਕੀ ਕਹਿੰਦਾ, ਇਹ ਇਜ਼ ਨਾਟ ਐਪਰੋਪਰੀਏਟ। ਯੂ ਹੈਵ ਟੂ ਗੋ ਬਾਏ ਸਟ੍ਰਿਕਟਲੀ ਬਾਏ ਲਾਅ। ਸਰ ਜੇ ਕੁੰਵਰ ਵਿਜੇ ਪ੍ਰਤਾਪ ਦੀ ਦੁਬਾਰਾ ਗੱਲ ਕਰਦੇ ਹਾਂ, ਇੰਪ੍ਰੈਸ਼ਨਸ ਵਰ ਕਿ ਉਹ ਕੰਮ ਕਰਨਾ ਚਾਹੁੰਦੇ ਸੀ ਪਰ ਪ੍ਰੋਪਰਲੀ ਉਹਨਾਂ ਨੂੰ ਫੰਕਸ਼ਨ ਨਹੀਂ ਕਰਨ ਦਿੱਤਾ ਗਿਆ, ਤਾਂ ਕਰਕੇ ਐਟ ਦ ਐਂਡ ਆਫ ਦ ਡੇ ਹੀ ਹੈਡ ਟੂ ਰਿਜ਼ਾਈਨ। ਉਹਨਾਂ ਨੇ ਰਿਜ਼ਾਈਨ ਕਰਤਾ, ਭਾਵੇਂ ਹੁਣ ਉਹ ਪੋਲੀਟਿਕਸ 'ਚ ਆ ਗਏ। ਕਈ ਲੋਕਾਂ ਨੇ ਇੱਦਾਂ ਵੀ ਇਹ ਵੀ ਬਲੇਮ ਕੀਤਾ ਕਿ ਹਾਂਜੀ ਉਹਨਾਂ ਨੇ ਇਸ ਚੀਜ਼ ਨੂੰ ਤਾਂ ਕਰਕੇ ਯੂਜ਼ ਕੀਤਾ ਤਾਂ ਕਿ ਐਟ ਦ ਐਂਡ ਆਫ ਦ ਡੇ ਪੋਲੀਟੀਕਲੀ ਇੱਧਰ ਨੂੰ ਐਂਟਰ ਹੋ ਸਕਦੇ ਹੋ, ਜਦ ਕਿ ਅੱਜ MLA ਬਣ ਚੁੱਕੇ ਆ ਉਹ, ਹੈ ਨਾ। ਪਰ ਫਿਰ ਵੀ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਜੀ, ਉਹ ਤਾਂ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਸੀ। ਕੁੰਵਰ ਵਿਜੇ ਪ੍ਰਤਾਪ ਇੱਕ ਬੜੇ ਐਫੀਸ਼ੀਐਂਟ ਆਫਸਰ ਸੀਗੇ, ਜੋ ਉਹਨਾਂ ਨੂੰ ਮੈਂ ਜਾਣਦਾ, ਜਿੰਨਾ ਕੁ ਮੇਰਾ ਉਹਨਾਂ ਨਾਲ ਨੌਲੇਜ ਹੈਗੀ ਆ। ਮੈਂ ਉਹਨਾਂ ਦੀ ਇਨਵੈਸਟੀਗੇਸ਼ਨ ਅਤੇ ਇਨਵੈਸਟੀਗੇਸ਼ਨ ਜਿਹੜੀ ਰਿਪੋਰਟ ਹੈ, ਚਲਾਨ ਹੈ, ਮੈਂ ਉਹਨੂੰ ਮਾਈਨਿਊਟਲੀ ਨਹੀਂ ਦੇਖਿਆ, ਨਾ ਮੈਂ ਸਟੱਡੀ ਕੀਤਾ।
ਤੋ ਇਟ ਵਿਲ ਨਾਟ ਬੀ ਫੇਅਰ ਔਨ ਮਾਈ ਪਾਰਟ ਟੂ ਸੇ ਕਿ ਉਹਨਾਂ ਨੇ ਕਿੱਦਾਂ ਦਾ ਕੰਮ ਕੀਤਾ। ਉਹਦੇ 'ਚ ਜੋ ਕੁਛ ਗੱਲਾਂ ਆਈਆਂ ਨੇ ਜਿਹੜੀਆਂ ਹਾਈ ਕੋਰਟ ਦੀ ਜੱਜਮੈਂਟ ਦੇ ਵਿੱਚ ਨੇ, ਜਿਹੜੀਆਂ ਮੈਂ ਪੜ੍ਹੀਆਂ ਨੇ, ਉਹਦੇ ਵਿੱਚ ਕੁਛ ਐਸਾ ਨਜ਼ਰ ਆਉਂਦਾ ਕਿ ਉਹ ਸ਼ਾਇਦ ਕੁਛ ਪਰਸਨਲੀ ਜ਼ਿਆਦਾ ਇਨਵੋਲਵਡ ਹੋ ਗਏ, ਜਿਹਦੇ ਕਰਕੇ ਇਹ ਸੈਟਬੈਕ ਹੋਇਆ ਇਸ ਜੱਜਮੈਂਟ ਜਿਹੜੀ ਆਈ ਹੈ। ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਜੋ ਬਾਵਜੂਦ ਉਹਨਾਂ ਗੱਲਾਂ ਦੇ ਜਿਹੜੀਆਂ ਗੱਲਾਂ 'ਤੇ ਕਹਿੰਦੇ ਨੇ, ਜਿਸ ਤਰ੍ਹਾਂ ਕਿ ਕੋਈ ਪ੍ਰੇਅਰਸ ਹੀ ਨਹੀਂ ਸੀ ਹੈਗੀਆਂ, ਹਾਈ ਕੋਰਟ ਨੇ ਉਹ ਅਲਾਓ ਕਰ ਦਿੱਤੀਆਂ, ਉਹ ਇੱਕ ਫੈਸਲਾ ਜਿਹੜਾ ਨਾ ਉਹ ਵੀ ਫੈਸਲਾ ਫੇਅਰ ਫੈਸਲਾ ਨਹੀਂ ਲੱਗਦਾ। ਉਹ ਮੇਰੇ ਵਿਚਾਰ ਨਾਲ ਹਾਈ ਕੋਰਟ ਕਾਫੀ ਆਪਣੇ ਜੂਰਿਸਡਿਕਸ਼ਨ ਤੋਂ ਐਕਸੀਡ ਕਰਕੇ ਉਹਨਾਂ ਨੇ ਉਹ ਫੈਸਲਾ ਕੀਤਾ। ਤੋ ਕੰਵਰ ਵਿਜੇ ਪ੍ਰਤਾਪ ਦੇ ਕੰਮ ਦੇ ਬਾਰੇ ਮੈਂ ਤਾਂ ਸੁਪਰਵਾਈਜ਼ ਕੀਤਾ ਉਹਨਾਂ ਨੂੰ, ਨਾ ਮੈਂ ਉਹਨਾਂ ਨੂੰ ਸਟੱਡੀ ਕੀਤਾ, ਤਾਂ ਮੈਂ ਆਪਣਾ ਕੋਈ ਕਮੈਂਟ ਨਹੀਂ ਕਰਨਾ ਚਾਹੂੰਗਾ ਉਹਦੇ 'ਤੇ। ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਇੱਕ ਪੋਸਟ ਪਾਈ ਸੀ ਪ੍ਰਮੋਦ ਕੁਮਾਰ ਨੂੰ ਲੈ ਕੇ ਅਤੇ ਇੱਕ ਹੋਰ, ਹੈ ਨਾ, ਪਰ ਉਹ ਪੋਸਟ ਪਾਉਣ ਤੋਂ ਬਾਅਦ ਫਿਰ ਉਹ ਡਿਲੀਟ ਕਰ ਦਿੱਤੀ ਗਈ। ਤੁਹਾਨੂੰ ਲੱਗਦਾ ਕਿਸ ਦਾ ਦਬਾਅ ਹੈ ਇਸ ਚੀਜ਼ 'ਤੇ ਕਿ ਕਿਉਂ ਨਹੀਂ ਆ ਇੱਕ ਪਾਸੇ ਲੱਗ ਰਿਹਾ? ਦੇਖੋ, ਇਹ ਤਾਂ ਕੰਵਰ ਵਿਜੇ ਪ੍ਰਤਾਪ ਹੀ ਦੱਸ ਸਕਦੇ ਨਾ, ਉਹਨਾਂ ਨੇ ਪੋਸਟ ਪਾਈ ਅਤੇ ਡਿਲੀਟ ਕੀਤੀ, ਕੋਈ ਦਬਾਅ ਕਰਕੇ ਕੀਤੀ ਜਾਂ ਕਿੱਦਾਂ ਕੀਤੀ, ਉਹ ਤਾਂ ਉਹੀ ਆਨਸਰ ਕਰ ਸਕਦੇ ਹਨ। ਮੈਂ ਤਾਂ ਇਸ ਗੱਲ 'ਤੇ ਕਿਆਫਾ ਨਹੀਂ ਲਾਉਣਾ ਚਾਹੂੰਗਾ, ਪਰ ਮੈਂ ਕੰਵਰ ਵਿਜੇ ਪ੍ਰਤਾਪ ਜੀ ਨੂੰ ਇੱਕ ਜ਼ਰੂਰ ਕਹੂੰਗਾ ਕਿ ਉਹ ਆਪਣੇ ਜਿਹੜੇ ਕੰਪਲੀਟ ਫੈਕਟਸ ਉਹਨਾਂ ਦੀ ਨੌਲੇਜ 'ਚ ਨੇ ਨਾ, ਜਿਹੜਾ ਉਹਨਾਂ ਨੇ ਕਾਰਵਾਈ ਕੀਤੀ, ਜੇ ਉਹਨਾਂ 'ਤੇ ਕੋਈ ਪ੍ਰੈਸ਼ਰ ਸੀ ਜਾਂ ਉਹਨਾਂ ਨੂੰ ਕੋਈ ਦਬਾਅ ਸੀ ਜਾਂ ਉਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਸੀਗੀਆਂ, ਉਹਨਾਂ ਬਾਰੇ ਉਹਨਾਂ ਨੂੰ ਖੁੱਲ੍ਹ ਕੇ ਆਉਣਾ ਚਾਹੀਦਾ। ਉਹ ਦੱਸਣ ਕਿ ਕਿਉਂ ਉਹ ਆਪਣਾ ਕੰਮ ਪੂਰਾ ਤਸੱਲੀ ਨਾਲ ਨਹੀਂ ਕਰ ਸਕੇ, ਜਾਂ ਉਹਨਾਂ ਦੇ ਕੋਈ ਜਿਹੜਾ ਸਿੱਟ ਦਾ ਹੈੱਡ ਸੀ ਉਹਦੀਆਂ ਕੋਈ ਰਿਸਟ੍ਰਿਕਸ਼ਨ ਸੀ, ਜਾਂ ਉਹਨਾਂ 'ਤੇ ਕੋਈ ਦਬਾਅ ਸੀ, ਗੌਰਮੈਂਟ ਦਾ ਦਬਾਅ ਸੀ, ਜੋ ਵੀ ਹੈ, ਹੀ ਮਸਟ ਕਮ ਆਊਟ ਕਲੀਨ ਵਿਦ ਦੈਟ। ਉਹ ਸਾਰੇ ਲੋਕਾਂ ਦੇ ਸਾਹਮਣੇ ਮਸਟ ਕਮ ਇਨ ਅ ਪਬਲਿਕ ਡੋਮੇਨ। ਸਰ, ਇੱਕ ਆਖਰੀ ਸਵਾਲ, ਜੇ ਆਪਾਂ ਪਰਸੈਪਸ਼ਨ ਅਤੇ ਰਿਐਲਿਟੀ ਦੀ ਗੱਲ ਕਰੀਏ ਤੇ ਹਰ ਇੱਕ ਦੀ ਆਪਣੀ ਆਪਣੀ ਪਰਸੈਪਸ਼ਨ ਹੈ ਨਾ, ਐਕਚੁਅਲ 'ਚ ਉਹ ਚੀਜ਼ ਉੱਦਾਂ ਦੀ ਹੁੰਦੀ ਨਹੀਂ। ਜੇ ਮੈਂ ਪੁੱਛਾਂ ਕਿ ਜਸਟਿਸ ਰਣਜੀਤ ਸਿੰਘ ਕੌਣ ਨੇ, ਜੇ ਮੈਂ ਆਪ ਦੱਸਾਂ ਤਾਂ ਆਈ ਥਿੰਕ ਆਫ ਯੂ ਐਜ਼ ਸਮਵਨ ਹੂ ਇਜ਼ ਵੈਰੀ ਬੋਲਡ, ਫੀਅਰਲੈਸ, ਜਿਨ੍ਹਾਂ ਨੇ ਬਹੁਤ ਡੇਅਰਿੰਗ ਡਿਸੀਜਨ ਲਿੱਤੇ ਹੈ। ਗਵਰਨਮੈਂਟ ਜਿਹੜੀ ਐਟ ਪ੍ਰੈਜ਼ੈਂਟ ਗਵਰਨਮੈਂਟ ਰਹੀ ਆ, ਉਹਨਾਂ ਤੋਂ ਵੀ ਪਰੇ ਹੋ ਕੇ ਉਹਨਾਂ ਲਈ ਸ਼ਾਇਦ ਅਨਕੰਫਰਟੇਬਲ ਹੋਣ ਉਹ ਡਿਸੀਜਨ ਐਕਸੈਪਟ ਕਰਨੇ, ਪਰ ਫਿਰ ਵੀ ਤੁਸੀਂ ਬਹੁਤ ਫੀਅਰਲੈਸ ਰਹੇ ਹੋ। ਇਹ ਮੇਰੀ ਪਰਸੈਪਸ਼ਨ ਹੈ ਤੁਹਾਡੇ ਲਈ, ਜੋ ਮੈਂ ਸੁਣਿਆ, ਪੜ੍ਹਿਆ ਜਾਂ ਦੇਖਿਆ। ਪਰ ਤੁਹਾਨੂੰ ਕੀ ਲੱਗਦਾ ਜੋ ਰਿਐਲਿਟੀ 'ਚ ਤੁਸੀਂ ਹੈਗੇ, ਇਹ ਚੀਜ਼ ਤੁਸੀਂ ਉਹਦੇ ਨਾਲ ਸੈਟਿਸਫਾਈਡ ਹੋ? ਇਹ ਕਿੰਨਾ ਮੈਚ ਕਰਦੀ ਆ? ਦੇਖੋ, ਗੱਲ ਇਹ ਹੈ ਕਿ ਜੀ ਲੋਕਾਂ ਦਾ ਜੋ ਕਹਿੰਦੇ ਨੇ ਉਹਨਾਂ ਦੀ ਪਰਸੈਪਸ਼ਨ ਹੈ। ਆਈ ਐਮ ਸੈਟਿਸਫਾਈਡ ਵਟ ਆਈ ਹੈਵ ਡਨ ਐਜ਼ ਅ ਜੱਜ ਆਲਸੋ, ਐਂਡ ਸਬਸੀਕੁਐਂਟਲੀ ਜਿਹੜੇ ਵੀ ਮੈਨੂੰ ਟਾਸਕ ਮਿਲੇ ਨੇ। ਜੱਜ ਦੀ ਕੁਆਲਿਟੀ ਇਹ ਹੈ ਕਿ ਉਹ ਜਸਟਿਸ ਡਿਲੀਵਰ ਕਰ ਸਕੇ ਵਿਦਾਊਟ ਪਾਰਸ਼ੈਲਿਟੀ, ਫੇਵਰ ਔਰ ਅਫੈਕਸ਼ਨ। ਔਰ ਮੈਂ ਆਪਣੀ ਥਰੂ ਆਊਟ ਮਾਈ ਟੈਨਿਓਰ ਜਿੱਥੇ ਵੀ ਮੈਂ ਰਿਹਾ ਵਾਂ, ਜਿਹੜੇ ਮੁੱਦਿਆਂ 'ਚ ਮੈਂ ਰਿਹਾ ਐਜ਼ ਐਡਵੋਕੇਟ ਵੀ, ਮੈਂ ਬੜਾ ਫੇਅਰਲੈਸਲੀ ਕੰਮ ਕੀਤਾ। ਤਾਂ ਮੈਨੂੰ ਇਸ ਗੱਲ ਦੀ ਕਦੀ ਚਿੰਤਾ ਨਹੀਂ ਸੀ ਹੋਈ ਕਿ ਇਹਦਾ ਕੌਨਸੀਕੁਐਂਸਿਸ ਕੀ ਹੋਣਗੇ, ਬਿਕੋਜ਼ ਦੈਟ ਇਜ਼ ਵਾਟ ਇਜ਼ ਐਕਸਪੈਕਟਡ। ਜਸਟਿਸ ਕੀ ਹੈ? ਜਸਟਿਸ ਹੈ ਹੀ ਹੈ ਕਿ ਜਸਟਿਸ ਜਿਹੜਾ ਨਾ ਫੀਅਰਲੈਸਲੀ ਮਿਲ ਸਕੇ, ਗਰੀਬ ਆਦਮੀ ਨੂੰ ਵੀ ਮਿਲ ਸਕੇ, ਅਮੀਰ ਆਦਮੀ ਨੂੰ ਵੀ ਮਿਲ ਸਕੇ। ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਕੋਈ ਕਹਿਣ ਦਾ ਮਾਦਾ ਰੱਖ ਸਕੇ, ਉਹਨਾਂ ਨੂੰ ਕਹਿ ਸਕੇ ਕਿ ਹਾਂ ਇਹ ਗਲਤ ਹੈ, ਠੀਕ ਨੂੰ ਠੀਕ ਕਹਿ ਸਕੇ, ਗਲਤ ਨੂੰ ਗਲਤ ਕਹਿ ਸਕੇ। ਮੈਂ ਸੈਟਿਸਫਾਈਡ ਹਾਂ ਆਪਣੀ ਇਨਿੰਗਸ ਦੇ ਉੱਤੋਂ ਕਿ ਮੈਂ ਜੋ ਕੁਝ ਕੀਤਾ ਮੇਰੇ ਆਪਣੀ ਸੈਟਿਸਫੈਕਸ਼ਨ ਲਈ ਮੈਂ ਸਮਝਦਾ ਕਿ ਮੈਂ ਠੀਕ ਕੀਤਾ। ਬਾਕੀ ਲੋਕਾਂ ਦੀ ਪਰਸੈਪਸ਼ਨ ਜੋ ਮਤਲਬ ਸਮਝਣ, ਕਈਆਂ ਦੀ ਪਰਸੈਪਸ਼ਨ ਇਹ ਹੋਏਗੀ ਕਿ ਮੈਂ ਠੀਕ ਕੰਮ ਕੀਤਾ, ਕਈ ਇਹ ਵੀ ਸਮਝਦੇ ਹੋਣਗੇ ਕਿ ਮੈਂ ਗਲਤ ਕੰਮ ਕੀਤਾ। ਤਾਂ ਇਹ ਪਰਸੈਪਸ਼ਨ ਹੈ, ਤਾਂ ਆਈ ਰਿਸਪੈਕਟ ਐਵਰੀ ਪਰਸੈਪਸ਼ਨ ਵਿਚ ਪੀਪਲ ਆਰ ਕੈਰਿੰਗ ਅਬਾਊਟ ਮੀ। ਸਰ, ਜਦ ਕਿ ਮੈਂ ਕਿਹਾ ਸੀ ਆਖਰੀ ਸਵਾਲ ਹੈ, ਇੱਕ ਹੋਰ ਗੱਲ ਮੈਨੂੰ ਆ ਗਈ। ਨਵੀਂ ਸਰਕਾਰ ਆਈ, ਆਮ ਆਦਮੀ ਪਾਰਟੀ ਆ ਗਈ। ਤੁਹਾਨੂੰ ਲੱਗਦਾ ਭਗਵੰਤ ਮਾਨ ਜਿਹੜਾ ਬੇਅਦਬੀ ਮਾਮਲਾ ਹੈ, ਪਹਿਲਾਂ ਕਾਂਗਰਸ ਸਰਕਾਰ ਵੇਲੇ ਇਹ ਬਹੁਤ ਜ਼ਿਆਦਾ ਸੌਹਾਂ ਖਾਧੀਆਂ ਗਈਆਂ, ਇਹ ਇਸੇ ਮੁੱਦੇ 'ਤੇ ਸਰਕਾਰ ਬਣੀ। ਹੁਣ ਆਹ ਵਾਲੀ ਸਰਕਾਰ ਦਾ ਵੀ ਮੇਨ ਮੁੱਦਾ ਇਹੀ ਰਿਹਾ ਜਦੋਂ ਆਈ ਆ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਬੇਅਦਬੀ ਮਾਮਲਾ ਹੱਲ ਕਰਾਵਾਂਗੇ। ਸਰਕਾਰ ਬਣ ਗਈ, ਤੁਹਾਨੂੰ ਲੱਗਦਾ ਹੈ ਜਿਹੜਾ ਬੇਅਦਬੀ ਮਾਮਲਾ ਸਿਰਫ ਰਿਪੋਰਟਸ ਤੱਕ ਜਾਂ ਫਾਈਲਾਂ ਤੱਕ ਹੀ ਸੀਮਤ ਰਹਿ ਜਾਊਗਾ, ਜਾਂ ਇਹਦਾ ਕੋਈ ਰਿਜ਼ਲਟ ਆਊਗਾ, ਕਿਸੇ ਪਾਸੇ ਨੇਪੜੇ ਵੀ ਚੜਾਉਣਗੇ? ਦੇਖੋ ਜੀ, ਅਜੇ ਤੱਕ ਜੋ ਕੁਝ ਲੱਗਦਾ ਨਾ, 7 ਸਾਲ ਹੋ ਗਏ ਨੇ ਕਿਸੇ ਨੂੰ ਇਨਸਾਫ ਨਹੀਂ ਮਿਲਿਆ। 2 ਬੰਦਿਆਂ ਦਾ ਮਰਡਰ ਹੋਇਆ ਉੱਥੇ, ਕਲੋਜ਼ ਰੇਂਜ ਤੋਂ ਮਰਡਰ ਹੋਇਆ, ਉਹਨਾਂ ਨੂੰ ਅੱਜ ਤੱਕ ਕਿਸੇ ਕੋਰਟ ਨੇ ਜਸਟਿਸ ਨਹੀਂ ਦਿੱਤਾ। ਹਰ ਅਕਿਊਜ਼ ਨੂੰ ਐਕਸਟਰਾ ਆਰਡੀਨਰੀ ਰਿਲੀਫ ਮਿਲੀ ਹੈ। ਸੈਣੀ ਨੂੰ ਹਾਈ ਕੋਰਟ ਨੇ ਇੱਕ ਐਸੀ ਜ਼ਮਾਨਤ ਦਿੱਤੀ ਕਿ ਉਹਨੂੰ ਪਕੜਿਆ ਹੀ ਨਹੀਂ ਜਾ ਸਕਦਾ, ਉਹਨੂੰ ਸੰਮਨ ਨਹੀਂ ਕੀਤਾ ਜਾ ਸਕਦਾ, ਉਹਨੂੰ ਬੁਲਾਇਆ ਨਹੀਂ ਜਾ ਸਕਦਾ।
ਐਸੀ ਰਿਲੀਫ ਮੇਰੇ ਜ਼ਹਿਨ ਦੇ ਵਿੱਚ ਕਦੀ ਇਮੈਜੀਨੇਸ਼ਨ 'ਚ ਵੀ ਨਹੀਂ ਆਉਂਦੀ ਕਿ ਐਸੀ ਰਿਲੀਫ ਵੀ ਕਿਸੇ ਨੂੰ ਮਿਲ ਸਕਦੀ ਹੈ ਕਿ ਤੁਸੀਂ ਕਿਸੇ ਦੀ ਬੇਲ ਕਰ ਸਕਦੇ ਹੋ, ਕਿਸੇ ਨੂੰ ਐਂਟੀਸਪੇਟਰੀ ਬੇਲ ਦੇ ਸਕਦੇ ਹੋ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਸੱਦ ਕੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਇਹ ਤਾਂ ਕਦੀ ਸੁਣਿਆ ਹੀ ਨਹੀਂ ਮੈਂ। ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੇਰੈਂਸ ਕੋਰਟ ਦੀ ਜਿਹੜੀ ਹੈ ਉਹਦੇ ਫਿਰ ਹਰ ਅਕਿਊਜ਼ ਨੂੰ ਇਹਨਾਂ ਨੇ ਇੰਨਾ ਕੋਰਟ ਦਾ ਮੈਂ ਸਮਝੂੰਗਾ ਅਕਿਊਜ਼ ਲੋਕਾਂ ਨੇ ਮਿਸਯੂਜ਼ ਕੀਤਾ ਕੋਰਟ ਦਾ। ਉਹ ਇਸ ਤਰ੍ਹਾਂ ਕੀਤਾ ਕਿ ਪਹਿਲਾਂ ਇੱਕ ਬੰਦਾ ਫਾਈਲ ਪਾਉਂਦਾ ਪਟੀਸ਼ਨ, ਉਹ ਖਾਰਜ ਹੋ ਜਾਂਦੀ ਹੈ ਅਤੇ ਫਿਰ ਦੂਸਰਾ ਹੋਰ ਤਰੀਕੇ ਨਾਲ ਉਸ ਨੂੰ ਪਾ ਦਿੰਦਾ ਹੈ, ਤੀਸਰਾ ਹੋਰ ਤਰੀਕੇ ਨਾਲ ਪਾ ਦਿੰਦਾ ਹੈ। ਚੌਥੀ ਜਿਹੜੀ ਬੜੀ ਇੱਕ ਮੰਦਭਾਗੀ ਗੱਲ ਹੈ, ਬੜੇ ਬੜੇ ਸੀਨੀਅਰ ਐਡਵੋਕੇਟ ਇਸ ਕੇਸ 'ਚ ਪੇਸ਼ ਹੋਏ ਨੇ ਔਰ ਜਿਹੜੇ ਬੰਦੇ ਉਹਨਾਂ ਨੂੰ ਅੰਗੇਜ ਕਰਦੇ ਨੇ, ਮੈਂ ਨਹੀਂ ਸਮਝਦਾ ਉਹਨਾਂ ਦੀ ਕਪੈਸਿਟੀ ਹੈਗੀ ਕਿ ਉਹਨਾਂ ਦੀ ਫੀਸ ਪੇ ਕਰ ਸਕਣ। ਉਹ ਕਿੱਥੋਂ ਹੋ ਰਹੀ ਹੈ ਮੈਨੂੰ ਨਹੀਂ ਸਮਝ ਆਉਂਦੀ। ਹਾਂਜੀ, ਔਰ ਫਿਰ ਮੈਂ ਸਮਝਦਾ ਕਿ ਜੇ ਦੋ ਗੌਰਮੈਂਟਾਂ, ਪਹਿਲੀ ਅਕਾਲੀ ਗੌਰਮੈਂਟ ਨੂੰ ਤਾਂ ਚਲੋ ਤੁਸੀਂ ਛੱਡ ਦਿਓ, ਉਹ ਤਾਂ ਇੰਟਰਸਟਡ ਹੀ ਨਹੀਂ ਸੀ, ਉਹਨਾਂ ਨੇ ਤਾਂ ਬਿਲਕੁਲ ਇਨਵੈਸਟੀਗੇਸ਼ਨ ਇਨਕੁਆਇਰੀ ਕਿਸੇ ਕੇਸ ਦੀ ਅੱਗੇ ਚਲਾਈ ਨਹੀਂ, ਈਵਨ 0% ਵੀ ਅੱਗੇ ਨਹੀਂ ਪਹੁੰਚੀ ਕੋਈ ਇਨਕੁਆਇਰੀ। ਕਾਂਗਰਸ ਨੇ ਕਮਿਸ਼ਨ ਬਣਾਇਆ, ਸਿਟਸ ਬਣਾਈਆਂ, ਇਨਵੈਸਟੀਗੇਸ਼ਨ ਹੋਈਆਂ। ਮੇਰੇ ਹਿਸਾਬ ਨਾਲ ਇਨਵੈਸਟੀਗੇਸ਼ਨ ਵਾਸਤੇ ਲਾਅ 90 ਦਿਨ ਦਿੰਦਾ। ਕੋਈ ਵੀ ਮਰਡਰ ਕੇਸ ਹੋਵੇ ਤਾਂ 90 ਦਿਨ 'ਚ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਤੁਹਾਨੂੰ ਚਲਾਨ ਪੇਸ਼ ਕਰਨਾ ਚਾਹੀਦਾ। ਇੱਕ ਕਮਿਸ਼ਨ ਆਫ ਇਨਕੁਆਇਰੀਜ਼ 2 ਹੋ ਚੁੱਕੀਆਂ ਸੀ, ਐਵੀਡੈਂਸ ਅਵੇਲੇਬਲ ਸੀ। ਕਿਉਂ ਸਿੱਟ ਜਿਹੜੀਆਂ ਵੀ ਬਣੀਆਂ, ਚਾਹੇ ਉਹ ਕੰਵਰ ਵਿਜੇ ਪ੍ਰਤਾਪ ਦੀ ਬਣੀ ਜਾਂ ਬਾਅਦ 'ਚ ਬਣੀਆਂ ਜਿਹੜੀਆਂ ਸਿੱਟ, ਉਹਨਾਂ ਨੇ ਕਿਉਂ ਇੰਨਾ ਟਾਈਮ ਲੱਗਿਆ? ਇਟ ਇਜ਼ ਅਨਐਕਸਪਲੇਨੇਬਲ। ਮੈਂ ਨਹੀਂ ਸਮਝਦਾ। ਇਹ ਸਮਝ ਸਕਦੇ, ਇਸ ਤੋਂ ਇਨਫਰੈਂਸ ਇਹ ਡਰਾ ਕੀਤਾ ਜਾ ਸਕਦਾ ਹੈ ਕਿ ਜਾਂ ਕੋਈ ਇੰਟਰਸਟਿਡ ਨਹੀਂ ਹੈ ਜਸਟਿਸ ਦੇਣ 'ਚ, ਜਾਂ ਕੋਰਟਸ ਇੰਟਰਫੀਅਰੈਂਸ ਕਰਕੇ ਡਿਲੇ ਹੋ ਰਿਹਾ ਹੈ। ਅਤੇ ਇਹੀ ਜਿਹੜੀਆਂ ਡਿਫੀਕਲਟੀਜ਼ ਨੇ ਪ੍ਰੈਜ਼ੈਂਟ ਗੌਰਮੈਂਟ ਦੇ ਸਾਹਮਣੇ ਵੀ ਆਉਣਗੀਆਂ। ਜਿਸ ਪ੍ਰੈਜ਼ੈਂਟ ਗੌਰਮੈਂਟ ਸਿੰਸੀਅਰਲੀ ਕੋਈ ਇੰਟਰਸਟਿਡ ਹੁੰਦੀ, ਮੈਂ ਤਾਂ ਸਮਝਦਾ ਅਜੇ ਤੱਕ ਤਾਂ ਉਹਨਾਂ ਦੀ ਮੂਵ ਮੈਨੂੰ ਨਜ਼ਰ ਨਹੀਂ ਆਈ ਕੋਈ। ਜਿਹੜੀ ਕੋਟਕਪੂਰੇ ਵਾਲੀ ਜਿਹੜੀ ਉਹਨਾਂ ਨੇ ਐਵੀਡੈਂਸ ਜਿਹੜੀਆਂ ਸਿੱਟ ਜਿਹੜੀ ਹੈਗੀ ਆ ਬਹਿਬਲ ਕਲਾਂ ਵਾਲੀ ਜਿਹੜੀ ਫਾਇਰਿੰਗ ਵਾਲੀ ਹੈਗੀ, ਉਹਦੇ 'ਚ ਉਹਨਾਂ ਨੇ ਚਲਾਨ ਪੇਸ਼ ਕਰ ਦਿੱਤੇ ਨੇ। ਜਿਹੜੀ ਸਿੱਟ ਹੈਗੀ ਅੱਗੇ ਕੰਟੀਨਿਊ ਕਰ ਰਹੀ ਸੀ, ਪਰ ਕੋਟਕਪੂਰੇ ਵਾਲੀ ਸਿੱਟ ਦਾ ਤਾਂ ਅਜੇ ਕੋਈ ਗਿਆਨ ਹੀ ਨਹੀਂ ਹੈ ਮੈਨੂੰ, ਜਿਹੜੀ ਸੈਟੀਸਫਾਈਡ ਹੋਈ ਹਾਈ ਕੋਰਟ ਦੇ ਵੱਲੋਂ। ਕੀ ਇਸ ਗੌਰਮੈਂਟ ਕਰੇਗੀ ਕਿ ਉਸ ਸਿੱਟ ਨੂੰ ਕੰਟੀਨਿਊ ਕਰੇਗੀ ਜਾਂ ਉਹਨਾਂ ਨੂੰ ਕਿਸੇ ਮੁੱਦੇ ਤੱਕ ਲੈ ਕੇ ਜਾਏਗੀ ਜਾਂ ਸੁਪਰੀਮ ਕੋਰਟ ਤੋਂ ਰਾਹਤ ਲਏਗੀ? ਮੈਨੂੰ ਨਹੀਂ ਨਜ਼ਰ ਆਉਂਦਾ ਕਿਤੇ। ਇੱਕ ਬੜੀ ਮੰਦਭਾਗੀ ਜਿਹੀ ਗੱਲ ਹੈ ਕਿ ਸੁਮੇਧ ਸੈਣੀ ਦੀ ਬੇਲ ਇਹਨਾਂ ਨੇ ਅਪੋਜ਼ ਹੀ ਨਹੀਂ ਕੀਤੀ ਹਾਈ ਕੋਰਟ ਦੇ ਵਿੱਚ ਪ੍ਰੈਜ਼ੈਂਟ ਗੌਰਮੈਂਟ ਨੇ। ਹਾਂਜੀ, ਤੋ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਕੋਈ ਜਸਟਿਸ ਮਿਲ ਪਾਊਗਾ ਇਨ ਨੀਅਰ ਫਿਊਚਰ। ਕੋਈ ਵੀ ਗੌਰਮੈਂਟ ਹੋਵੇ, ਚਾਹੇ ਪ੍ਰੈਜ਼ੈਂਟ ਗੌਰਮੈਂਟ ਹੈ ਜਾਂ ਪਹਿਲੀਆਂ ਜਿਹੜੀਆਂ ਗੌਰਮੈਂਟ ਨੇ। ਮੈਨੂੰ ਹਾਂ, ਅਗਰ ਕੋਈ ਇਹ ਐਕਸਟਰਾ ਆਰਡੀਨਰੀ ਤਰੀਕਾ ਲੱਭ ਕੇ ਜਸਟਿਸ ਦੇਣਗੇ ਤਾਂ ਇਟ ਵਿਲ ਬੀ ਵੈਰੀ ਫਾਰਚੂਨੇਟ। ਸਰ ਜਿਵੇਂ 2015 'ਚ ਬੇਅਦਬੀ ਹੋਈ, ਇੱਦੋਂ ਪਹਿਲਾਂ ਵੀ ਹੋਈਆਂ ਹੋਣੀਆਂ, ਉਦੋਂ ਹੋਈ, ਉਦੋਂ ਬਾਅਦ ਬਾਬਾ ਜੀ ਦਾ ਸਰੂਪ ਚੋਰੀ ਹੁੰਦਾ, ਫਿਰ ਪੋਸਟਰਸ ਲਵਾਏ ਜਾਂਦੇ ਆ, ਫਿਰ ਡੇਰਾ ਮੁਖੀ ਜਿਹੜੇ ਦਸ਼ਮੇਸ਼ ਪਿਤਾ ਜੀ ਦਾ ਪਹਿਰਾਵਾ ਪਾ ਕੇ ਉੱਥੇ ਬਠਿੰਡੇ ਬਹਿੰਦੇ ਆ, ਉਹਨਾਂ ਦੀ ਗੱਲ ਚੱਲਦੀ ਆ। ਉਦੋਂ ਬਾਅਦ ਆ ਹੋਰ ਵੀ ਬੇਅਦਬੀਆਂ ਹੋਈਆਂ, ਅੰਮ੍ਰਿਤਸਰ ਹੋਈ ਆ, ਹੈ ਨਾ, ਮਾਮਲੇ ਬੜੇ ਆ, ਕਈ ਵਾਰੀ ਅੱਗੇ ਵੀ ਨਹੀਂ ਆਉਂਦੇ, ਹੈ ਨਾ, ਕਈ ਵਾਰੀ ਆਉਂਦੇ ਆ। ਪਰ ਇਹ ਜਿਵੇਂ ਤੁਸੀਂ ਕਿਹਾ ਤੁਹਾਨੂੰ ਕੋਈ ਉਮੀਦ ਨਹੀਂ, ਤੁਸੀਂ ਯੂ ਆਰ ਸੱਚ ਅ ਸੀਨੀਅਰ ਪਰਸਨ, ਇਫ ਯੂ ਆਰ ਸੇਇੰਗ ਦੈਟ ਤੁਹਾਨੂੰ ਐਂ ਲੱਗਦਾ, ਤਾਂ ਇਹ ਚੀਜ਼ ਕਿੱਧਰ ਨੂੰ ਜਾਊਗੀ? ਤਾਂ ਸਿੱਖੀ ਕਿੱਧਰ ਨੂੰ ਜਾ ਰਹੀ ਹੈ? ਇਟਸ ਅਨਫੋਰਚੂਨੇਟ। ਦੇਖੋ ਨਾ, 2007 ਵਿੱਚ ਪਹਿਲਾਂ ਇਹ ਸ਼ੁਰੂ ਹੋਇਆ ਜਦੋਂ ਉਹਨੇ ਪਹਿਰਾਵਾ ਪਹਿਨਿਆ ਸੀ 10ਵੇਂ ਪਾਤਸ਼ਾਹ ਦਾ। ਹਾਂਜੀ, ਉਸ ਨੂੰ ਜਿਹੜੀ ਉਸ ਦਾ ਮੈਂ ਇੱਕ ਇੰਸੀਡੈਂਟਲੀ ਮੈਂ ਇੱਕ ਬੁੱਕ ਵੀ ਲਿਖੀ ਹੈ ਇਹਦੇ ਉੱਤੇ, ਦੀ ਸੈਕਰੇਲਿਜ। ਮੈਂ ਇਹਦੇ 'ਚ ਸਾਰਾ ਆਪਣਾ ਜੋ ਕੁਛ ਬੈਕਗਰਾਊਂਡ ਹੈ ਇਹਦੀ ਸਾਰੀ ਮੈਂ ਉਹਦੇ 'ਚ ਲਿਖੀ ਹੈ। ਇਟਸ ਬਿਨ ਪਬਲਿਸ਼ਡ ਐਂਡ ਇਟ ਇਜ਼ ਅਵੇਲੇਬਲ ਇਨ ਦੀ ਮਾਰਕੀਟ ਆਲਸੋ। ਇਹ ਸਾਰਾ ਸਿਲਸਿਲਾ ਉੱਥੋਂ ਸ਼ੁਰੂ ਹੁੰਦਾ ਹੈ। ਉਹ ਫਿਰ ਸਿੱਖਾਂ ਦਾ ਅਤੇ ਫਿਰ ਇਹਨਾਂ ਦਾ ਵਿਵਾਦ ਹੁੰਦਾ ਹੈ, ਫਿਰ ਉਹ ਫਿਲਮ ਆਉਂਦੀ ਹੈ, ਫਿਰ ਸਾਰਾ ਕੁਝ ਹੁੰਦਾ ਹੈ। ਮਤਲਬ ਇਹ ਨਾ ਸਿੱਖੀ ਨੂੰ ਇੱਕ ਬੜੀ ਸਟਰਗਲ ਦੇ ਵਿੱਚੋਂ ਲੰਘਣਾ ਪੈ ਰਿਹਾ। ਮੈਂ ਉਹਨਾਂ ਨੂੰ ਸਲਿਊਟ ਕਰਦਾ ਜਿਹੜੇ ਕਿ ਸਿੱਖੀ ਦੇ ਅਜੇ ਵੀ ਆਪਣਾ ਖੜਾ ਕਰਕੇ ਬੈਠੇ ਹੋਏ ਨੇ ਜਾਂ ਇਹਦੇ ਵਾਸਤੇ ਐਜੀਟੇਟ ਕਰ ਰਹੇ ਨੇ। ਕਿਉਂਕਿ ਜਿਹੜਾ ਤੁਸੀਂ ਦੇਖੋ ਨਾ, ਇਲੈਕਸ਼ਨਾਂ ਆਈਆਂ ਅਤੇ ਗੌਰਮੈਂਟ ਨੇ ਉਹਨੂੰ ਪੈਰੋਲ ਦੇ ਦਿੱਤੀ ਟੂ ਗੈਟ ਵੋਟਸ। ਅਸੀਂ ਵੋਟ ਬੈਂਕ ਤੱਕ ਜਿੰਨਾ ਚਿਰ ਰਹਾਂਗੇ ਤਾਂ ਜਸਟਿਸ ਕਿੱਥਾਂ ਐਕਸਪੈਕਟ ਕਰ ਸਕਦੇ ਹਾਂ? ਜੇ ਵੀ ਇਫ ਵੀ ਆਰ ਲੁਕਿੰਗ ਫੋਰ ਕਿਸੇ ਬੰਦੇ ਦੇ ਸਪੋਰਟ ਲੈਣੀ ਅਸੀਂ ਇਲੈਕਸ਼ਨ ਵਾਸਤੇ, ਜਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਗੌਰਮੈਂਟ ਨੇ ਵੀ ਕੋਈ ਐਸਾ ਕਾਰਨਾਮਾ ਕੀਤਾ ਹੋਇਆ ਕਿ ਨਹੀਂ ਜੀ ਅਸੀਂ ਤਾਂ ਸਾਡੀ ਪੋਲਿਸੀ ਇਹ ਹੈ, ਅਸੀਂ ਤਾਂ ਇੱਦਾਂ ਕਰਨਾ। ਮਤਲਬ ਐਵਰੀਬਡੀ ਇਜ਼ ਪਲੇਇੰਗ ਦੀ ਪੋਲੀਟਿਕਸ ਓਵਰ ਦੀ ਇਸ਼ੂ, ਤਾਂ ਜਸਟਿਸ ਕਿੱਥੋਂ ਮਿਲੇਗਾ? ਗੱਲਾਂ ਤਾਂ ਇਹ ਸੀਗੀਆਂ ਸਰ ਕਿ ਅੱਜ ਕੱਲ੍ਹ ਦੇ ਲੀਡਰਸ ਦਾ ਹਾਲੇ ਵੀ ਡੇਰਾ ਮੁਖੀਆਂ ਬਿਨਾਂ ਸਰਦਾ ਨਹੀਂ। ਤੁਸੀਂ ਕਹਿ ਸਕਦੇ ਹੋ, ਇੰਡੀਕੇਸ਼ਨ ਤਾਂ ਇਹੀ ਹੈ।
ਥੈਂਕ ਯੂ ਸੋ ਮਚ ਸਰ, ਸਾਨੂੰ ਟਾਈਮ ਦੇਣ ਲਈ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ। ਤਾਂ ਇਹ ਸੀਗੇ ਸਾਡੇ ਨਾਲ ਜਸਟਿਸ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਬੇਅਦਬੀ ਮਾਮਲੇ 'ਤੇ ਬੜੀ ਵਿਸਥਾਰ 'ਚ ਗੱਲਾਂ ਕੀਤੀਆਂ। ਅਤੇ ਦੇਖਣਾ ਇਹ ਹੋਊਗਾ, ਅਕਾਲੀ ਦਲ ਨੇ ਕਮਿਸ਼ਨ ਬਿਠਾਇਆ ਸੀ, ਫਿਰ ਕਾਂਗਰਸ ਵੇਲੇ ਕਮਿਸ਼ਨ ਬੈਠਾ, ਸਿਟਸ ਬੈਠੀਆਂ, ਹੁਣ ਨਵੀਂ ਸਰਕਾਰ ਆਈ ਹੈ, ਤਾਂ ਇਹ ਕਿਹਦੇ ਕਮਿਸ਼ਨ ਨੂੰ ਸਹੀ ਮੰਨਦੀ ਹੈ ਅਤੇ ਬੇਅਦਬੀ ਮਾਮਲੇ ਨੂੰ ਕਿੰਨੀ ਕੁ ਛੇਤੀ ਇਹਦਾ ਇਨਸਾਫ ਦਿਵਾਉਂਦੀ ਹੈ। ਕੈਮਰਾਮੈਨ ਗੁਰਮੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।